ਸਰ ਹੁਣ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਆ ਗਏ ਨੇ 12th ਦੇ ਸੀਬੀਐਸਈ ਦੇ ਵੀ ਜਲਦ ਆਉਣ ਵਾਲੇ ਨੇ ਬੱਚੇ ਜਿਹੜੇ ਨੇ ਉਹਨਾਂ ਨੂੰ ਜਿਵੇਂ 12th ਦੇ ਬੋਰਡਸ ਫਿਨਿਸ਼ ਹੁੰਦੇ ਨੇ ਉਦੋਂ ਤੋਂ ਹੀ ਇੱਕ ਆਪਣਾ ਗੋਲ ਸੈੱਟ ਕਰ ਲੈਣਾ ਚਾਹੀਦਾ ਪਰ ਹੱਲੇ ਵੀ ਬੱਚੇ ਕਿਤੇ ਨਾ ਕਿਤੇ ਇਸ ਡਿਲੇਮਾ ਵਿੱਚ ਨੇ ਸੋਚ ਵਿੱਚ ਡੁੱਬੇ ਹੋਏ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਤੁਸੀਂ ਕੀ ਬੱਚਿਆਂ ਨੂੰ ਰਾਏ ਦਿਓ। ਕੋਵਿਡ ਤੋਂ ਪਹਿਲਾਂ ਤੇ ਸਾਰਾ ਕੁਝ ਸਮੂਥ ਚੱਲ ਰਿਹਾ ਸੀਗਾ ਬਟ ਕੋਵਿਡ ਤੋਂ ਬਾਅਦ ਹੁਣ ਸਿਸਟਮ ਬਹੁਤ ਜ਼ਿਆਦਾ ਚੇਂਜਸ ਆ ਗਏ। ਜਿਹੜਾ ਬੱਚਾ ਰੈਗੂਲਰ ਜਾਣਾ ਚਾਹ ਰਿਹਾ ਉਹਨੂੰ ਇਹ ਹੋਣਾ ਚਾਹੀਦਾ ਕਿ ਉਹਨੇ 8 ਘੰਟੇ ਉੱਥੇ ਸਪੈਂਡ ਕਰਨੇ ਤਾਂ ਜੇ ਉਹ ਅੱਜ ਗ੍ਰੈਜੂਏਸ਼ਨ ਲਈ ਆਪਟ ਕਰਦਾ ਤਾਂ ਉਹਨੂੰ ਮਾਰਕੀਟ ਐਕਸਪੋਜ਼ਰ ਜਿਹੜਾ ਹੈ ਆਫਟਰ 3 ਇਅਰਸ ਹੀ ਮਿਲੇਗਾ। ਉੱਥੇ ਜਿਹੜੇ ਕੰਸਟ੍ਰੇਂਟ ਬਿਲਡ ਹੁੰਦੇ ਆ ਉਹਦਾ ਕੋਈ ਵੇ ਆਊਟ ਬਣਦਾ ਨਹੀਂ ਹੈਗਾ। ਜੇ ਉਹ BA ਕਰ ਰਿਹਾ BCA ਕਰ ਰਿਹਾ ਜਾਂ BBA ਕਰ ਰਿਹਾ ਤਾਂ 3 ਸਾਲ ਲਈ ਉਹ ਫਿਕਸ ਹੈ ਕਿ ਉਹਨੂੰ ਜਦ ਮਾਰਕੀਟ ਵਿੱਚੋਂ ਆਫਟਰ ਗ੍ਰੈਜੂਏਸ਼ਨ ਉਤਰੇਗਾ ਤਾਂ ਉਸ ਟਾਈਮ ਜੋ ਮਾਰਕੀਟ ਸਿਨੈਰੀਓ ਹੋਏਗਾ ਜਾਂ ਕੰਪੀਟੀਸ਼ਨ ਹੋਏਗਾ ਉਹ ਉਹਨੂੰ ਫੇਸ ਕਰਨਾ ਪਏਗਾ। ਰੈਗੂਲਰ ਦੀ ਜੇ ਅਸੀਂ ਗੱਲ ਕਰਦੇ ਹਾਂ ਜੇ ਬੱਚਾ ਡਿਸਟੈਂਸ 'ਤੇ ਚਲੇ ਜਾਂਦਾ ਤਾਂ ਡਿਸਟੈਂਸ ਦੇ ਵਿੱਚ ਬੱਚੇ ਕੋਲ ਆਪਸ਼ਨ ਇਹ ਹੈਗੀ ਕਿ +2 ਉਹਨੇ ਕੰਪਲੀਟ ਕਰ ਲਈ ਹੈ ਤਾਂ +2 ਤੋਂ ਬਾਅਦ ਡਿਸਟੈਂਸ ਵਿੱਚ ਆਉਣ ਦੇ ਨਾਲ ਉਹਦੀ ਕੁਆਲੀਫਿਕੇਸ਼ਨ ਪੈਰਲਲ ਚੱਲ ਰਹੀ ਹੈ ਲੇਕਿਨ ਉਹ ਆਪਣੇ ਆਪ ਨੂੰ ਮਾਰਕੀਟ ਵਿੱਚ ਲਾਂਚ ਕਰ ਸਕਦਾ ਹੈ ਜਾਂ ਆਪਣੀ ਟੈਕਨੀਕਲ ਨੋ ਹਾਊ ਐਡ ਕਰ ਸਕਦਾ ਹੈ ਜਾਂ ਐਜ਼ ਅ ਫ੍ਰੀਲਾਂਸਰ ਖੁਦ ਨੂੰ ਇੰਟਰੋਡਿਊਸ ਕਰ ਸਕਦਾ ਜੇ ਉਹਦੇ ਕੋਲ ਕੋਈ ਸਕਿੱਲਸ ਹੈ ਜਾਂ ਉਹਨੂੰ ਸਕਿੱਲਸ ਲੈਣੇ ਪੈਣਗੇ। ਪਰ ਸਰ ਇੱਕ ਮਤਲਬ ਬਹੁਤ ਜ਼ਿਆਦਾ ਨਾ ਇੱਕ ਫਰੇਜ਼ ਜਿਹੜਾ ਇੱਕ ਬੱਚਿਆਂ ਦੇ ਮਨ 'ਚ ਆ ਜਾਂਦਾ ਕਿ ਵਾਟ ਟੂ ਡੂ ਨੈਕਸਟ ਕਿ ਬੱਚੇ ਹੁਣ ਸੋਚਦੇ ਹੈ ਕਿ ਅਸੀਂ ਕੀ ਕਰੀਏ ਕਿ ਅਸੀਂ ਕਿਤੇ ਗਲਤ ਰਾਹ ਨਾ ਫੜ ਲਈ ਕਿ ਸਾਨੂੰ ਬਾਅਦ 'ਚੋਂ ਪਛਤਾਣਾ ਪੈ ਜੇ ਇਸ ਬਾਰੇ ਤੁਹਾਡਾ ਕੀ ਕਹਿਣਾ? ਬੈਸਟ ਅਪਰੋਚ ਕੀ ਹੋਈ ਹੈ ਕਿ UGC ਨੇ ਡਿਸਟੈਂਸ ਐਜੂਕੇਸ਼ਨ ਆਨਲਾਈਨ ਔਰ ਰੈਗੂਲਰ ਕੋਰਸਪੋਂਡੈਂਸ ਇਹਨਾਂ ਸਾਰਿਆਂ ਨੂੰ ਕਾਈਂਡ ਆਫ ਐਟ ਪਾਰ ਕਰ ਦਿੱਤਾ। ਹੁਣ ਇਹ ਨਹੀਂ ਹੈ ਕਿ ਜੇ ਡਿਸਟੈਂਸ ਤੋਂ ਕੋਈ ਬੱਚਾ ਗ੍ਰੈਜੂਏਸ਼ਨ ਕਰ ਰਿਹਾ ਤਾਂ ਉਹਦੀ ਗਵਰਨਮੈਂਟ ਜੌਬ ਦੀ ਐਂਟਾਈਟਲਮੈਂਟ ਨਹੀਂ ਹੈਗੀ ਤਾਂ ਉਹਦੇ ਕੋਲ ਉਹ ਸਾਰੇ ਬੈਨੀਫਿਟਸ ਹੈ ਜੋ ਇੱਕ ਰੈਗੂਲਰ ਵਾਲੇ ਨੂੰ ਮਿਲਣਗੇ। ਹੁਣ ਬੈਸਟ ਅਪਰੋਚ ਕੀ ਹੈ ਕਿ ਕਾਫੀ ਡਿਸਟੈਂਸ ਐਜੂਕੇਸ਼ਨ ਯੂਨੀਵਰਸਿਟੀਜ਼ ਵੈਸ ਅਪਰੂਵਡ ਵੀ ਹੋ ਗਈਆਂ ਤਾਂ ਉਹਦਾ ਐਡਵਾਂਟੇਜ ਬੱਚਿਆਂ ਨੂੰ ਮਿਲ ਗਿਆ ਕਿ ਕੱਲ੍ਹ ਨੂੰ ਗ੍ਰੈਜੂਏਸ਼ਨ ਕਰਕੇ ਬੱਚਾ ਅਬਰੋਡ ਜਾਣਾ ਚਾਹੁੰਦਾ ਤਾਂ ਉਹ ਯੂਨੀਵਰਸਿਟੀ ਵੈਸਟ ਅਪਰੂਵਡ ਹੈਗੀ ਹੈ ਤਾਂ ਉਹ ਐਡਵਾਂਟੇਜ ਇਨਕੈਸ਼ ਕਰ ਸਕਦਾ। ਜਿਹੜੇ ਹੁਣ 12th ਤੋਂ ਬਾਅਦ ਆਪਣਾ ਅਪਲਾਈ ਕਰਨਗੇ ਲਾਈਕ ਕੋਵਿਡ ਕਰਕੇ ਹੁਣ ਥੋੜਾ ਫਾਈਲਸ ਜਿਹੜੀਆਂ ਨੇ ਉਹ ਥੋੜੀ ਅਪਰੂਵ ਹੋਣ ਥੋੜੀ ਸਮੂਥਲੀ ਹੋਣੀ ਸ਼ੁਰੂ ਹੋਏ ਨੇ ਬਟ ਸਟਿਲ ਹਲੇ ਵੀ ਲੇਟ ਵੀਜ਼ਾਸ ਆ ਰਹੇ ਨੇ ਪਰ ਬੱਚਿਆਂ ਨੂੰ ਹੁੰਦਾ ਕਿ ਜੇ ਅਸੀਂ ਕੋਈ ਸਟੱਡੀ ਸਟਾਰਟ ਕਰ ਲਈ ਸਾਡੀ ਇੱਥੇ ਵੀ ਉਹ ਵੇਸਟ ਜਾਏਗੀ ਤੇ ਅਸੀਂ ਬਾਹਰ ਜਾ ਕੇ ਜਿਹੜਾ ਸ਼ੁਰੂ ਤੋਂ ਸ਼ੁਰੂ ਕਰਾਂਗੇ ਤੇ ਇਸ ਬਾਰੇ ਇਸ ਵਿੱਚ ਬੱਚੇ ਕੀ ਕਰ ਸਕਦੇ ਨੇ? ਬੇਸਿਕਲੀ ਹੁਣ ਗੱਲ ਹੋਈ ਹੈ ਕਿ ਜਿਹੜਾ ਬੱਚਾ ਅਬਰੋਡ ਦੀ ਪਲੈਨਿੰਗ ਕਰ ਰਿਹਾ ਕਿ ਉਹਨੇ ਅਬਰੋਡ ਜਾਣਾ ਹੈ ਤਾਂ ਮੇਨ ਕੰਸਟ੍ਰੇਂਟ ਉਹਦਾ ਇਹ ਨਿਕਲ ਕੇ ਆ ਰਿਹਾ ਕਿ ਉਹਨੂੰ ਐਂਟਾਈਟਲਮੈਂਟ ਹੈ 20 ਆਵਰਸ ਵਰਕਿੰਗ ਦੀ ਲੇਕਿਨ ਉਹ ਇੱਥੇ ਬੈਠ ਕੇ ਪਲਾਨ ਨਹੀਂ ਕਰ ਪਾ ਰਿਹਾ ਕਿ ਜੇ ਮੈਨੂੰ ਵੀਕਲੀ ਉੱਥੇ 20 ਆਵਰਸ ਵਰਕ ਲਈ ਮਿਲ ਰਹੇ ਆ ਤਾਂ ਮੈਂ ਕਿਹੜਾ ਪ੍ਰੋਫਾਈਲ ਲਵਾਂਗਾ ਜਾਂ ਮੈਂ ਯੈਲੋ ਕਾਲਰ ਜੌਬ ਕਰਾਂਗਾ ਬਲੈਕ ਕਾਲਰ ਕਰਾਂਗਾ ਵਾਈਟ ਕਾਲਰ ਕਰਾਂਗਾ ਬਟ ਸਮਹਾਉ ਉਹਨਾਂ ਨੂੰ ਇਹ ਮੰਨਣਾ ਪਏਗਾ ਕਿ ਵਿਦਆਊਟ ਸਕਿੱਲਸ ਉਹ ਕਿੱਥੇ ਸਟੈਂਡ ਨਹੀਂ ਕਰਦੇ। ਬੇਸਿਕਲੀ ਰਿਕੁਆਇਰਮੈਂਟ ਕੀ ਬਣ ਰਹੀ ਹੈ ਕਿ ਬੱਚਾ ਅਬਰੋਡ ਤਾਂ ਜਾ ਰਿਹਾ ਲੇਕਿਨ ਅਬਰੋਡ ਦੀ ਰਿਕੁਆਇਰਮੈਂਟਸ ਕੀ ਹੈ। ਅੱਜ ਕੋਵਿਡ ਤੋਂ ਬਾਅਦ ਸਾਰੇ ਬਿਜ਼ਨਸ ਆਨਲਾਈਨ ਹੋ ਗਏ ਤਾਂ ਆਨਲਾਈਨ ਕਰਨ ਲਈ ਉਹਨਾਂ ਨੂੰ ਵੈਬਸਾਈਟ ਦੀ ਲੋੜ ਪੈ ਰਹੀ ਹੈ ਡਿਜੀਟਲ ਮਾਰਕੀਟਿੰਗ ਦੀ ਲੋੜ ਪੈ ਰਹੀ ਹੈ ਤਾਂ ਮੈਂ ਇਹ ਸਮਝਾਉਣਾ ਚਾਹਾਂਗਾ ਕਿ ਜਿਹੜਾ ਬੱਚਾ ਅਬਰੋਡ ਵੀ ਜਾਣਾ ਚਾਹ ਰਿਹਾ ਤਾਂ ਉਹ ਬੈਟਰ ਹੈ ਕੁਝ IT ਟੈਕਨੀਕਲ ਸਕਿੱਲਸ ਨਾਲ ਕੈਰੀ ਕਰੇ ਕਿ ਜੋ ਉਹਨੂੰ 20 ਆਵਰਸ ਉੱਥੇ ਲੀਗਲੀ ਮਿਲ ਰਹੇ ਹੈ ਜੌਬ ਕਰਨ ਲਈ ਉਹ ਬੈਟਰ ਇੱਕ ਟਾਈਟਲ ਨਾਲ ਇੰਟਰੋਡਿਊਸ ਕਰੇ that I am a graphic designer, I am a web designer, I am a digital marketing professional. Now these are the titles which are going to allow him to pursue a good job. Rather he can introduce himself as a freelancer as well. ਸਰ ਇਹ ਚੀਜ਼ਾਂ ਲਾਈਕ ਅਬਰੋਡ ਜਿਵੇਂ ਬੱਚੇ ਹੁਣ ਕਹਿੰਦੇ ਜੇ ਉਹ ਗ੍ਰੈਜੂਏਸ਼ਨ ਵੀ ਸਟਾਰਟ ਕਰ ਲੈਂਦੇ ਜਾਂ ਕੋਈ ਡਿਪਲੋਮਾ ਵੀ ਕਰ ਲੈਂਦੇ ਤੇ ਵਿਦਿਨ 6 ਮੰਥਸ ਜੇ ਉਹਨਾਂ ਦਾ ਵੀਜ਼ਾ ਆ ਜਾਂਦਾ ਤੇ ਉਸ ਚੀਜ਼ ਨੂੰ ਉੱਥੇ ਜਾ ਕੇ ਕਿੱਦਾਂ ਕੰਟੀਨਿਊ ਕਰਨਗੇ? ਦੇਖੋ ਬੇਸਿਕਲੀ ਜਿਹੜਾ ਰਿਸਕ ਹੈ ਉਹ 3 ਸਾਲ ਦਾ ਕਿ ਜੇ +2 ਤੋਂ ਬਾਅਦ ਬੱਚਾ ਕੋਈ 3 ਸਾਲ ਦੀ ਆਪਸ਼ਨ ਇੱਥੇ ਅਵੇਲ ਕਰਦਾ ਹੈ BBA ਹੈ BCA ਹੈ BCom ਹੈ BSc IT ਹੈ ਹੁਣ ਉਹ 3 ਸਾਲ ਵਿੱਚ ਜੇ ਉਹ 6 ਮਹੀਨੇ ਜਾਂ ਸਾਲ ਬਾਅਦ ਫਲਾਈ ਕਰਦਾ ਫਿਰ ਤਾਂ ਵੇਸਟੇਜ ਹੈ ਲੇਕਿਨ ਜੇ ਅਸੀਂ 1 ਈਅਰ ਦਾ ਕੁਸ਼ਨ ਲੈ ਕੇ ਚੱਲਦੇ ਹਾਂ ਅਬਰੋਡ ਸਟੂਡੈਂਟ ਲਈ ਤਾਂ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਜਿਹੜਾ ਪ੍ਰੋਗਰਾਮ ਹੈ ਉਹ 1 ਈਅਰ ਪ੍ਰੋਗਰਾਮ ਹੈ। ਸਤਿ ਸ਼੍ਰੀ ਅਕਾਲ ਤੁਸੀਂ ਗੁਰਦਾਨਾ ਟਾਈਮਸ ਮੈਂ ਸ਼ੁਭਪ੍ਰੀਤ ਕੌਰ। ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟਸ ਜਿਹੜੇ ਨੇ 12th ਕਲਾਸ ਦੇ ਆ ਚੁੱਕੇ ਨੇ ਤੇ ਨਾਲ ਹੀ ਹੁਣ CBSE ਦੇ ਵੀ ਜਲਦ ਆਉਣ ਵਾਲੇ ਨੇ ਤੇ ਬੱਚਿਆਂ ਦੇ ਮਨ 'ਚ ਹੱਲੇ ਵੀ ਇੱਕ ਡਿਲੇਮਾ ਹੈ ਕਿ ਬੱਚਿਆਂ ਨੂੰ ਤਾਂ ਜਿੱਦਾਂ ਹੀ ਉਦੋਂ 12th ਦੇ ਬੋਰਡਸ ਖਤਮ ਹੁੰਦੇ ਨੇ ਬੱਚਿਆਂ ਨੂੰ ਇੱਕ ਸੈੱਟ ਕਰ ਲੈਣਾ ਚਾਹੀਦਾ ਆਪਣਾ ਗੋਲ ਕਿ ਅਸੀਂ ਕੀ ਅੱਗੇ ਕਰਨਾ ਹੈ ਬਟ ਸਟਿਲ ਹੱਲੇ ਵੀ ਬੱਚੇ ਜਿਹੜੇ ਨੇ ਇਸ ਡਿਲੇਮਾ ਵਿੱਚ ਨੇ ਇਸ ਸੋਚ ਵਿੱਚ ਡੁੱਬੇ ਹੋਏ ਨੇ ਕਿ ਅਸੀਂ ਅੱਗੇ ਕੀ ਕਰੀਏ ਕਿ ਅਸੀਂ ਕੀ ਰੈਗੂਲਰ ਸਟੱਡੀ ਆਪਟ ਕਰੀਏ ਅਬਰੋਡ ਦਾ ਪਲਾਨ ਕਰੀਏ ਜਾਂ ਨਾਲ ਕੋਈ ਆਨਲਾਈਨ ਸਟੱਡੀ ਕਰੀਏ
ਕਿਉਂਕਿ ਅੱਜ ਜਿਵੇਂ ਤੀ ਹੀ ਕੋਵਿਡ ਦਾ ਟਾਈਮ ਲੰਘਿਆ ਹੈ, ਬੱਚਿਆਂ ਨੂੰ ਵੀ ਹੁੰਦਾ ਕਿ ਅਸੀਂ ਕੁਝ ਪ੍ਰੋਡਕਟਿਵ ਕਰੀਏ, ਅਸੀਂ ਨਾਲ ਆਪਣੀ ਅਰਨਿੰਗਸ ਵੱਲ ਵੀ ਧਿਆਨ ਦਈਏ ਕਿ ਸਾਨੂੰ ਜਦ ਅਸੀਂ ਮਾਰਕੀਟ ਵਿੱਚ ਉਤਰੀਏ ਕਿ ਸਿਰਫ ਸਾਡੇ ਕੋਲ ਇੱਕ ਡਿਗਰੀ ਨਾ ਹੋਵੇ, ਇੱਕ ਐਕਸਪੀਰੀਅੰਸ ਨਾਮ ਦੀ ਚੀਜ਼ ਵੀ ਸਾਡੇ ਕੋਲ ਹੋਣੀ ਚਾਹੀਦੀ ਹੈ। ਤੇ ਇਸ ਬਾਰੇ ਅੱਜ ਥੋੜੀ ਡਿਸਕਸ਼ਨ ਜਿਹੜੀ ਹੈ ਕਿ ਬੱਚਿਆਂ ਨੂੰ ਹੁਣ ਕੀ ਆਪਟ ਕਰਨਾ ਚਾਹੀਦਾ ਹੈ, ਕੀ ਬੱਚਿਆਂ ਨੂੰ ਜਿਹੜਾ ਸੋਚਣਾ ਚਾਹੀਦਾ, ਇਸ ਬਾਰੇ ਥੋੜੀ ਡਿਸਕਸ਼ਨ ਕਰਾਂਗੇ। ਸਾਡੇ ਵਿੱਚ ਮੌਜੂਦ ਨੇ ਸਰ ਮਨਪ੍ਰੀਤ ਸਿੰਘ ਬੇਦੀ ਫਰੋਮ ਟੈਕੀ ਸੇਜ, ਇਹਨਾਂ ਨਾਲ ਥੋੜੀ ਗੱਲਬਾਤ ਕਰਾਂਗੇ। ਕਿ ਸਰ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਮੈਮ, ਥੈਂਕ ਯੂ। ਤੇ ਸਰ ਹੁਣ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਆ ਗਏ ਨੇ 12 ਦੇ, ਸੀਬੀਐਸਈ ਦੇ ਵੀ ਜਲਦ ਆਉਣ ਵਾਲੇ ਨੇ, ਪਰ ਬੱਚੇ ਜਿਹੜੇ ਨੇ ਉਹਨਾਂ ਨੂੰ ਜਿਵੇਂ 12 ਦੇ ਬੋਰਡਸ ਫਿਨਿਸ਼ ਹੁੰਦੇ ਨੇ ਉਦੋਂ ਤੋਂ ਹੀ ਇੱਕ ਆਪਣਾ ਗੋਲ ਸੈੱਟ ਕਰ ਲੈਣਾ ਚਾਹੀਦਾ, ਪਰ ਹੱਲੇ ਵੀ ਬੱਚੇ ਕਿਤੇ ਨਾ ਕਿਤੇ ਇਸ ਡਿਲੇਮਾ ਵਿੱਚ ਨੇ, ਸੋਚ ਵਿੱਚ ਡੁੱਬੇ ਹੋਏ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ। ਤੁਸੀਂ ਕੀ ਬੱਚਿਆਂ ਨੂੰ ਰਾਏ ਦਿਓਗੇ? ਦੇਖੋ, ਕੋਵਿਡ ਤੋਂ ਪਹਿਲਾਂ ਤੇ ਸਾਰਾ ਕੁਝ ਸਮੂਥ ਚੱਲ ਰਿਹਾ ਸੀਗਾ, ਬਟ ਕੋਵਿਡ ਤੋਂ ਬਾਅਦ ਹੁਣ ਸਿਸਟਮ ਬਹੁਤ ਜ਼ਿਆਦਾ ਚੇਂਜਸ ਆ ਗਏ ਕਿ ਹੁਣ ਜਿਹੜਾ ਬੱਚਾ ਰੈਗੂਲਰ ਜਾਣਾ ਚਾਹ ਰਿਹਾ ਉਹਨੂੰ ਇਹ ਹੋਣਾ ਚਾਹੀਦਾ ਕਿ ਉਹਨੇ 8 ਘੰਟੇ ਉੱਥੇ ਸਪੈਂਡ ਕਰਨੇ ਹੈ। ਤਾਂ ਜੇ ਉਹ ਅੱਜ ਗ੍ਰੈਜੂਏਸ਼ਨ ਲਈ ਆਪਟ ਕਰਦਾ ਤਾਂ ਉਹਨੂੰ ਮਾਰਕੀਟ ਐਕਸਪੋਜ਼ਰ ਜਿਹੜਾ ਹੈ ਆਫਟਰ 3 ਇਅਰਸ ਹੀ ਮਿਲੇਗਾ। ਤਾਂ ਉੱਥੇ ਜਿਹੜੇ ਕੰਸਟ੍ਰੇਂਟ ਬਿਲਡ ਹੁੰਦੇ ਆ ਉਹਦਾ ਕੋਈ ਵੇ ਆਊਟ ਬਣਦਾ ਨਹੀਂ ਹੈਗਾ ਕਿ ਜੇ ਉਹ BA ਕਰ ਰਿਹਾ, BCA ਕਰ ਰਿਹਾ ਜਾਂ BBA ਕਰ ਰਿਹਾ ਤਾਂ 3 ਸਾਲ ਲਈ ਉਹ ਫਿਕਸ ਹੈ ਕਿ ਉਹਨੂੰ ਜਦ ਮਾਰਕੀਟ ਵਿੱਚੋਂ ਆਫਟਰ ਗ੍ਰੈਜੂਏਸ਼ਨ ਉਤਰੇਗਾ ਤਾਂ ਉਸ ਟਾਈਮ ਜੋ ਮਾਰਕੀਟ ਸਿਨੈਰੀਓ ਹੋਏਗਾ ਜਾਂ ਕੰਪੀਟੀਸ਼ਨ ਹੋਏਗਾ ਉਹ ਉਹਨੂੰ ਫੇਸ ਕਰਨਾ ਪਏਗਾ। ਬਟ ਅਦਰ ਦੈਨ ਰੈਗੂਲਰ ਦੀ ਜੇ ਅਸੀਂ ਗੱਲ ਕਰਦੇ ਹਾਂ, ਜੇ ਬੱਚਾ ਡਿਸਟੈਂਸ 'ਤੇ ਚਲੇ ਜਾਂਦਾ ਤਾਂ ਡਿਸਟੈਂਸ ਦੇ ਵਿੱਚ ਬੱਚੇ ਕੋਲ ਆਪਸ਼ਨ ਇਹ ਹੈਗੀ ਕਿ +2 ਉਹਨੇ ਕੰਪਲੀਟ ਕਰ ਲਈਏ ਤਾਂ +2 ਤੋਂ ਬਾਅਦ ਡਿਸਟੈਂਸ ਵਿੱਚ ਆਉਣ ਦੇ ਨਾਲ ਉਹਦੀ ਕੁਆਲੀਫਿਕੇਸ਼ਨ ਪੈਰਲਲ ਚੱਲ ਰਹੀ ਹੈ, ਲੇਕਿਨ ਉਹ ਆਪਣੇ ਆਪ ਨੂੰ ਮਾਰਕੀਟ ਵਿੱਚ ਲਾਂਚ ਕਰ ਸਕਦਾ ਹੈ ਜਾਂ ਆਪਣੀ ਟੈਕਨੀਕਲ ਨੋ ਹਾਊ ਐਡ ਕਰ ਸਕਦਾ ਹੈ ਜਾਂ ਐਜ਼ ਅ ਫ੍ਰੀਲਾਂਸਰ ਖੁਦ ਨੂੰ ਇੰਟਰੋਡਿਊਸ ਕਰ ਸਕਦਾ ਜੇ ਉਹਦੇ ਕੋਲ ਕੋਈ ਸਕਿੱਲਸ ਹੈ ਜਾਂ ਉਹਨੂੰ ਸਕਿੱਲਸ ਲੈਣੇ ਪੈਣਗੇ। ਪਰ ਸਰ ਇੱਕ ਮਤਲਬ ਬਹੁਤ ਜ਼ਿਆਦਾ ਨਾ ਇੱਕ ਫਰੇਜ਼ ਜਿਹੜਾ ਇੱਕ ਬੱਚਿਆਂ ਦੇ ਮਨ 'ਚ ਆ ਜਾਂਦਾ ਕਿ ਵਾਟ ਟੂ ਡੂ ਨੈਕਸਟ, ਕਿ ਬੱਚੇ ਹੁਣ ਸੋਚਦੇ ਹੈ ਕਿ ਅਸੀਂ ਕੀ ਕਰੀਏ ਕਿ ਅਸੀਂ ਕਿਤੇ ਗਲਤ ਰਾਹ ਨਾ ਫੜ ਲਈਏ ਕਿ ਸਾਨੂੰ ਬਾਅਦ 'ਚੋਂ ਪਛਤਾਣਾ ਪੈ ਜੇ। ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਬੈਸਟ ਅਪਰੋਚ ਕੀ ਹੋਈ ਹੈ ਕਿ UGC ਨੇ ਡਿਸਟੈਂਸ ਐਜੂਕੇਸ਼ਨ, ਆਨਲਾਈਨ ਔਰ ਰੈਗੂਲਰ ਕੋਰਸਪੋਂਡੈਂਸ ਇਹਨਾਂ ਸਾਰਿਆਂ ਨੂੰ ਕਾਈਂਡ ਆਫ ਐਟ ਪਾਰ ਕਰ ਦਿੱਤਾ। ਹੁਣ ਇਹ ਨਹੀਂ ਹੈ ਕਿ ਜੇ ਡਿਸਟੈਂਸ ਤੋਂ ਕੋਈ ਬੱਚਾ ਗ੍ਰੈਜੂਏਸ਼ਨ ਕਰ ਰਿਹਾ ਤਾਂ ਉਹਦੀ ਗਵਰਨਮੈਂਟ ਜੌਬ ਦੀ ਐਂਟਾਈਟਲਮੈਂਟ ਨਹੀਂ ਹੈਗੀ, ਤਾਂ ਉਹਦੇ ਕੋਲ ਉਹ ਸਾਰੇ ਬੈਨੀਫਿਟਸ ਹੈ ਜੋ ਇੱਕ ਰੈਗੂਲਰ ਵਾਲੇ ਨੂੰ ਮਿਲਣਗੇ। ਹੁਣ ਬੈਸਟ ਅਪਰੋਚ ਕੀ ਹੈ ਕਿ ਕਾਫੀ ਡਿਸਟੈਂਸ ਐਜੂਕੇਸ਼ਨ ਯੂਨੀਵਰਸਿਟੀਜ਼ ਵੈਸ ਅਪਰੂਵਡ ਵੀ ਹੋ ਗਈਆਂ, ਤਾਂ ਉਹਦਾ ਐਡਵਾਂਟੇਜ ਬੱਚਿਆਂ ਨੂੰ ਮਿਲ ਗਿਆ ਕਿ ਕੱਲ੍ਹ ਨੂੰ ਗ੍ਰੈਜੂਏਸ਼ਨ ਕਰਕੇ ਬੱਚਾ ਅਬਰੋਡ ਜਾਣਾ ਚਾਹੁੰਦਾ ਤਾਂ ਉਹ ਯੂਨੀਵਰਸਿਟੀ ਵੈਸਟ ਅਪਰੂਵਡ ਹੈਗੀ ਹੈ, ਤਾਂ ਉਹ ਐਡਵਾਂਟੇਜ ਇਨਕੈਸ਼ ਕਰ ਸਕਦਾ। ਪਰ ਸਰ ਜਿਹੜੇ ਹੁਣ 12th ਤੋਂ ਬਾਅਦ ਆਪਣਾ ਅਪਲਾਈ ਕਰਨਗੇ, ਲਾਈਕ ਕੋਵਿਡ ਕਰਕੇ ਹੁਣ ਥੋੜਾ ਫਾਈਲਸ ਜਿਹੜੀਆਂ ਨੇ ਉਹ ਥੋੜੀ ਅਪਰੂਵ ਹੋਣ, ਥੋੜੀ ਸਮੂਥਲੀ ਹੋਣੀ ਸ਼ੁਰੂ ਹੋਏ ਨੇ, ਬਟ ਸਟਿਲ ਹਲੇ ਵੀ ਲੇਟ ਵੀਜ਼ਾਸ ਆ ਰਹੇ ਨੇ। ਪਰ ਬੱਚਿਆਂ ਨੂੰ ਹੁੰਦਾ ਕਿ ਜੇ ਅਸੀਂ ਕੋਈ ਸਟੱਡੀ ਸਟਾਰਟ ਕਰ ਲਈ, ਸਾਡੀ ਇੱਥੇ ਵੀ ਉਹ ਵੇਸਟ ਜਾਏਗੀ ਤੇ ਅਸੀਂ ਬਾਹਰ ਜਾ ਕੇ ਜਿਹੜੇ ਸ਼ੁਰੂ ਤੋਂ ਸ਼ੁਰੂ ਕਰਾਂਗੇ, ਤੇ ਇਸ ਬਾਰੇ ਇਸ ਵਿੱਚ ਬੱਚੇ ਕੀ ਕਰ ਸਕਦੇ ਨੇ? ਦੇਖੋ, ਬੇਸਿਕਲੀ ਹੁਣ ਗੱਲ ਹੋਈ ਹੈ ਕਿ ਜਿਹੜਾ ਬੱਚਾ ਅਬਰੋਡ ਦੀ ਪਲੈਨਿੰਗ ਕਰ ਰਿਹਾ ਕਿ ਉਹਨੇ ਅਬਰੋਡ ਜਾਣਾ ਹੈ, ਤਾਂ ਮੇਨ ਕੰਸਟ੍ਰੇਂਟ ਉਹਦਾ ਇਹ ਨਿਕਲ ਕੇ ਆ ਰਿਹਾ ਕਿ ਉਹਨੂੰ ਐਂਟਾਈਟਲਮੈਂਟ ਹੈ 20 ਆਵਰਸ ਵਰਕਿੰਗ ਦੀ, ਲੇਕਿਨ ਉਹ ਇੱਥੇ ਬੈਠ ਕੇ ਪਲਾਨ ਨਹੀਂ ਕਰ ਪਾ ਰਿਹਾ ਕਿ ਜੇ ਮੈਨੂੰ ਵੀਕਲੀ ਉੱਥੇ 20 ਆਵਰਸ ਵਰਕ ਲਈ ਮਿਲ ਰਹੇ ਆ ਤਾਂ ਮੈਂ ਕਿਹੜਾ ਪ੍ਰੋਫਾਈਲ ਲਵਾਂਗਾ, ਜਾਂ ਮੈਂ ਯੈਲੋ ਕਾਲਰ ਜੌਬ ਕਰਾਂਗਾ, ਬਲੈਕ ਕਾਲਰ ਕਰਾਂਗਾ, ਵਾਈਟ ਕਾਲਰ ਕਰਾਂਗਾ। ਬਟ ਸਮਹਾਉ ਉਹਨਾਂ ਨੂੰ ਇਹ ਮੰਨਣਾ ਪਏਗਾ ਕਿ ਵਿਦਆਊਟ ਸਕਿੱਲਸ ਉਹ ਕਿੱਥੇ ਸਟੈਂਡ ਨਹੀਂ ਕਰਦੇ, ਕਿ ਅਸੀਂ ਜੋ ਹੁਣ ਮੇਰੀ ਫੀਲਡ ਹੈ ਸਿੰਸ 96 ਆਈ ਐਮ ਇਨਟੂ IT, ਤਾਂ ਮੈਂ ਅਮਰੀਕਾ ਤੋਂ ਟ੍ਰੇਨਡ ਐਡੋਬੇ ਮੈਕਰੋਮੀਡੀਆ ਤੋਂ ਮੇਰੀ ਟ੍ਰੇਨਿੰਗ ਹੈ ਅਮਰੀਕਾ ਤੋਂ, ਅਤੇ ਉੱਥੇ ਜੌਬਸ ਵੀ ਕੀਤੀਆਂ। ਨੈਟਮੈਕਸ ਮੀਡੀਆ LLC ਕੰਪਨੀ ਸੀਗੀ, ਉਹਦੇ ਨਾਲ ਆਈ ਵਾਸ ਬਿਜ਼ਨਸ ਟੈਕਨੀਕਲ ਹੈਡ ਫॉर them, ਤਾਂ ਉਹ ਮੈਂ ਡਿਪਾਰਟਮੈਂਟ ਇੱਕ ਹੈਡ ਕਰਕੇ ਆਇਆ ਉੱਥੇ। ਹੁਣ ਬੇਸਿਕਲੀ ਰਿਕੁਆਇਰਮੈਂਟ ਕੀ ਬਣ ਰਹੀ ਹੈ ਕਿ ਬੱਚਾ ਅਬਰੋਡ ਤਾਂ ਜਾ ਰਿਹਾ, ਲੇਕਿਨ ਅਬਰੋਡ ਦੀ ਰਿਕੁਆਇਰਮੈਂਟਸ ਕੀ ਹੈ ਕਿ ਅੱਜ ਕੋਵਿਡ ਤੋਂ ਬਾਅਦ ਸਾਰੇ ਬਿਜ਼ਨਸ ਆਨਲਾਈਨ ਹੋ ਗਏ, ਤਾਂ ਆਨਲਾਈਨ ਕਰਨ ਲਈ ਉਹਨਾਂ ਨੂੰ ਵੈਬਸਾਈਟ ਦੀ ਲੋੜ ਪੈ ਰਹੀ ਹੈ, ਡਿਜੀਟਲ ਮਾਰਕੀਟਿੰਗ ਦੀ ਲੋੜ ਪੈ ਰਹੀ ਹੈ। ਤਾਂ ਮੈਂ ਇਹ ਸਮਝਾਉਣਾ ਚਾਹਾਂਗਾ ਕਿ ਜਿਹੜਾ ਬੱਚਾ ਅਬਰੋਡ ਵੀ ਜਾਣਾ ਚਾਹ ਰਿਹਾ ਤਾਂ ਉਹ ਬੈਟਰ ਹੈ ਕੁਝ IT ਟੈਕਨੀਕਲ ਸਕਿੱਲਸ ਨਾਲ ਕੈਰੀ ਕਰੇ, ਕਿ ਜੋ ਉਹਨੂੰ 20 ਆਵਰਸ ਉੱਥੇ ਲੀਗਲੀ ਮਿਲ ਰਹੇ ਹੈ ਜੌਬ ਕਰਨ ਲਈ, ਉਹ ਬੈਟਰ ਇੱਕ ਟਾਈਟਲ ਨਾਲ ਇੰਟਰੋਡਿਊਸ ਕਰੇ ਦੈਟ ਆਈ ਐਮ ਅ ਗ੍ਰਾਫਿਕ ਡਿਜ਼ਾਈਨਰ, ਆਈ ਐਮ ਅ ਵੈਬ ਡਿਜ਼ਾਈਨਰ, ਆਈ ਐਮ ਅ ਡਿਜੀਟਲ ਮਾਰਕੀਟਿੰਗ ਪ੍ਰੋਫੈਸ਼ਨਲ। ਨਾਓ ਥੀਸ ਆਰ ਦ ਟਾਈਟਲਸ ਵਿਚ ਆਰ ਗੋਇੰਗ ਟੂ ਅਲਾਉ ਹਿਮ ਟੂ ਪਰਸਿਊ ਅ ਗੁੱਡ ਜੌਬ, rather he can introduce himself as a freelancer as well। ਬਟ ਸਰ ਜਿਨ੍ਹਾਂ ਕੋਲ IT ਦਾ ਬੈਕਗ੍ਰਾਉਂਡ ਨਹੀਂ ਹੈ ਜਾਂ ਜਿਹੜੇ ਬੱਚਿਆਂ ਨੇ ਕਾਮਰਸ ਕੀਤੀ ਹੈ, ਆਰਟਸ ਕੀਤੀ ਹੈ, ਉਹ ਬੱਚੇ ਕਿੱਦਾਂ ਮਤਲਬ ਇਸ ਚੀਜ਼ ਵਿੱਚ ਆ ਸਕਦੇ ਨੇ? ਉਹਨਾਂ ਨੂੰ ਜਿਹੜੇ ਅਸੀਂ ਕੋਰਸਿਸ ਪ੍ਰੋਵਾਈਡ ਕਰ ਰਹੇ ਹਾਂ ਉਹਦੇ ਵਿੱਚ 8ਵੀਂ ਦਾ ਬੱਚਾ ਵੀ ਆ ਰਿਹਾ, ਉਹਦੀ ਕੋਈ ਬੈਕਗ੍ਰਾਉਂਡ ਹੋਣੀ ਮੈਂਡੇਟਰੀ ਨਹੀਂ ਹੈ। ਲੇਕਿਨ ਇੱਕ ਚੀਜ਼ ਮੈਂ ਹੋਰ ਕਹਾਂਗਾ, ਜਿਹੜੀ ਤੁਸੀਂ ਅੱਛੀ ਗੱਲ ਕਹੀ ਹੈ ਕਿ ਫਾਈਲਸ ਲੱਗ ਰਹੀਆਂ ਲੇਕਿਨ ਉਹਦਾ ਜਿਹੜਾ ਫਲੋ ਹੈ ਬੜਾ ਸਲੋ ਹੈ, ਸੇ 30 to 40% ਅਪਰੂਵਲ ਚੱਲ ਰਹੀ ਹੈ ਇਸ ਟਾਈਮ, ਤਾਂ ਬੱਚਾ ਦਾ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਏਗੀ ਉਹਦਾ ਗੈਪ ਆ ਜਾਏਗਾ
ਕਿ ਜਿਹੜਾ ਬੱਚਾ +2 ਤੋਂ ਬਾਅਦ ਫਾਈਲ ਲਗਾ ਗਿਆ ਉਹ ਟੈਕਨੀਕਲ ਖੁਦ ਨੂੰ ਸਾਊਂਡ ਨਹੀਂ ਕਰ ਰਿਹਾ, ਔਰ ਹੋ ਸਕਦਾ ਵੀ ਉਹਦੇ 'ਚ 1 ਸਾਲ ਦਾ ਗੈਪ ਆ ਗਿਆ, ਤਾਂ 1 ਸਾਲ ਬਾਅਦ ਉਹਦਾ ਸਾਲ ਦਾ ਗੈਪ ਹੋ ਗਿਆ, ਉਹਦੀ ਸਾਲ ਬਾਅਦ ਫਾਈਲ ਅਪਰੂਵ ਹੋਈ, ਤਾਂ 1 ਸਾਲ ਉਹਦਾ ਵੇਸਟ ਹੋ ਗਿਆ। ਤਾਂ ਮੇਰੀ ਸੁਜੈਸ਼ਨ ਬੱਚੇ ਨੂੰ ਹੈ ਕਿ ਉਹ 1 ਸਾਲ ਇਨਵੈਸਟ ਕਰੇ, ਕੋਈ ਵੀ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਲੈ ਲੇ, DCA ਜਿਵੇਂ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਦਾ ਪ੍ਰੋਗਰਾਮ ਹੈਗਾ ਡਿਸਟੈਂਸ ਐਜੂਕੇਸ਼ਨ ਵਿੱਚ, ਉਹ ਆਪਟ ਕਰ ਸਕਦਾ ਹੈ, ਜਾਂ ਫਿਰ ਉਹ ਆਪਣੇ ਟੈਕਨੀਕਲ ਸਕਿੱਲਸ ਕੰਸੋਲੀਡੇਟ ਕਰੇ। ਲੇਕਿਨ ਦੋਨੋਂ ਪੈਰਲਰ ਵੀ ਚੱਲ ਸਕਦੇ ਹੈ ਕਿ ਜੇ ਉਹ DCA ਆਪਟ ਕਰਦਾ ਹੈ, DCA ਦੇ ਨਾਲ ਉਹ ਟੈਕਨੀਕਲ ਗ੍ਰਾਫਿਕ ਡਿਜ਼ਾਈਨਰ ਬਣ ਸਕਦਾ, ਵੈਬ ਡਿਜ਼ਾਈਨਰ ਬਣ ਸਕਦਾ, ਡਿਜੀਟਲ ਮਾਰਕੀਟਿੰਗ ਪ੍ਰੋਫੈਸ਼ਨਲ ਬਣ ਸਕਦਾ, ਤਾਂ ਉਹ 1 ਸਾਲ ਦਾ ਡਿਪਲੋਮਾ ਉਹਦੇ ਕੋਲ UGC ਅਪਰੂਵਡ ਆ ਜਾਏਗਾ, ਨਾਲ ਉਹਦੇ ਕੋਲ ਟੈਕਨੀਕਲ ਸਕਿੱਲਸ ਆ ਜਾਣਗੇ। ਸਰ ਇਹ ਚੀਜ਼ਾਂ ਲਾਈਕ ਅਬਰੋਡ ਜਿਵੇਂ ਬੱਚੇ ਹੁਣ ਕਹਿੰਦੇ ਜੇ ਉਹ ਗ੍ਰੈਜੂਏਸ਼ਨ ਵੀ ਸਟਾਰਟ ਕਰ ਲੈਂਦੇ ਜਾਂ ਕੋਈ ਡਿਪਲੋਮਾ ਵੀ ਕਰ ਲੈਂਦੇ ਤੇ ਵਿਦਿਨ 6 ਮੰਥਸ ਜੇ ਉਹਨਾਂ ਦਾ ਵੀਜ਼ਾ ਆ ਜਾਂਦਾ ਹੈ, ਤੇ ਉਸ ਚੀਜ਼ ਨੂੰ ਉੱਥੇ ਜਾ ਕੇ ਕਿੱਦਾਂ ਕੰਟੀਨਿਊ ਕਰਨਗੇ? ਦੇਖੋ ਬੇਸਿਕਲੀ ਜਿਹੜਾ ਰਿਸਕ ਹੈ ਉਹ 3 ਸਾਲ ਦਾ, ਕਿ ਜੇ +2 ਤੋਂ ਬਾਅਦ ਬੱਚਾ ਕੋਈ 3 ਸਾਲ ਦੀ ਆਪਸ਼ਨ ਇੱਥੇ ਅਵੇਲ ਕਰਦਾ ਹੈ, BBA ਹੈ, BCA ਹੈ, BCom ਹੈ, BSc IT ਹੈ, ਹੁਣ ਉਹ 3 ਸਾਲ ਵਿੱਚ ਜੇ ਉਹ 6 ਮਹੀਨੇ ਜਾਂ ਸਾਲ ਬਾਅਦ ਫਲਾਈ ਕਰਦਾ ਫਿਰ ਤਾਂ ਵੇਸਟੇਜ ਹੈ। ਲੇਕਿਨ ਜੇ ਅਸੀਂ 1 ਈਅਰ ਦਾ ਕੁਐਸਚਨ ਲੈ ਕੇ ਚੱਲਦੇ ਹਾਂ ਅਬਰੋਡ ਸਟੂਡੈਂਟ ਲਈ, ਤਾਂ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਜਿਹੜਾ ਪ੍ਰੋਗਰਾਮ ਹੈ ਉਹ 1 ਈਅਰ ਪ੍ਰੋਗਰਾਮ ਹੈ। ਤਾਂ 1 ਈਅਰ ਦਾ ਮੀਨਸ ਉਹਦਾ ਹੁਣ ਜਨਵਰੀ 'ਚ ਪਹਿਲਾ ਸਮੈਸਟਰ ਨਿਕਲ ਗਿਆ, ਸਪੋਜ਼ ਕਰੋ ਜੁਲਾਈ ਤੱਕ ਉਹਦਾ ਦੂਜਾ ਸਮੈਸਟਰ ਨਿਕਲ ਗਿਆ, ਉਹਨੇ ਨੂੰ ਉਹਦੀ ਫਾਈਲ ਕੰਪਲੀਟ ਹੋ ਗਈ, ਇੱਥੋਂ ਕੁਆਲੀਫਿਕੇਸ਼ਨ ਵੀ ਕੰਪਲੀਟ ਹੋ ਗਈ। ਇਸੇ ਤਰ੍ਹਾਂ ਟੈਕਨੀਕਲ ਨੋ ਹਾਊ ਹੈਗੀ ਹੈ। ਹੁਣ ਅਸੀਂ ਸਪੈਸੀਫਿਕ ਹੁੰਦੇ ਜਾ ਰਹੇ ਹਾਂ, ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਅਬਰੋਡ ਵਾਲਿਆਂ ਲਈ ਹੀ ਗੱਲ ਕਰ ਰਹੇ ਹਾਂ, ਲੇਕਿਨ ਕਾਫੀ ਮਾਸਿਸ ਬੱਚਾ ਇਹ ਜਿਹਾ ਜਿਹਨੇ ਅਬਰੋਡ ਨਹੀਂ ਜਾਣਾ। ਹੁਣ ਉਸ ਕੇਸ ਵਿੱਚ ਉਹ +2 ਤੋਂ ਬਾਅਦ ਕੀ ਕਰੇਗਾ, ਇਹ ਬਹੁਤ ਵੱਡਾ ਸਵਾਲ ਹੈ। ਬਟ ਸਰ ਇੱਕ ਜੇ ਬੱਚਿਆਂ ਨੂੰ ਹੁੰਦਾ ਕਿ ਅਸੀਂ ਰੈਗੂਲਰ ਸਟੱਡੀ ਕਰ ਲਈਏ, ਉਸ ਤੋਂ ਬਾਅਦ ਅਸੀਂ ਆਪਣੀ ਮਾਸਟਰਸ ਵੀ ਪਰਸਿਊ ਕਰ ਲਈ ਕਿ ਸਾਨੂੰ ਇੱਕ ਅੱਛੇ ਲੈਵਲ ਦੀ ਜੌਬ ਮਿਲੇਗੀ, ਬਟ ਸਟਿਲ ਜਦ ਬੱਚੇ ਨੂੰ ਮਾਰਕੀਟ ਵਿੱਚ ਬੱਚਾ ਆਉਂਦਾ ਹੈ ਉਦੋਂ ਜਾ ਕੇ ਪਤਾ ਲੱਗਦਾ ਹੈ ਕਿ ਬਈ ਮੈਂ ਇੰਨੀ ਸਟੱਡੀ ਕਰਨ ਤੋਂ ਬਾਅਦ ਵੀ ਆਈ ਐਮ ਜਸਟ ਅ ਫਰੈਸ਼ਰ। ਬਟ ਉਸ ਨੇ ਲਾਈਕ ਬੱਚਿਆਂ ਲਈ ਕੀ ਰਾਏ ਹੈ ਕਿ ਉਹਨਾਂ ਨੂੰ ਕੀ ਸਾਈਡ ਬਾਈ ਸਾਈਡ ਕਰਨਾ ਚਾਹੀਦਾ? ਜੇ ਉਹ ਰੈਗੂਲਰ ਵੀ ਪੜ੍ਹ ਰਹੇ ਨੇ ਤਾਂ ਉਹਨਾਂ ਵਾਸਤੇ ਕੀ ਆਪਸ਼ਨਸ ਨੇ? ਦੇਖੋ ਬੇਸਿਕਲੀ ਕੋਵਿਡ ਤੋਂ ਪਹਿਲਾਂ ਜਿਹੜੀ ਜੌਬ ਓਪਰਚੁਨਿਟੀ ਸੀਗੀਆਂ ਉਹ ਤੁਹਾਡੀ ਕੁਆਲੀਫਿਕੇਸ਼ਨ ਦੇ ਉੱਪਰ ਬੇਸ ਸੀਗੀਆਂ, ਲੇਕਿਨ ਹੁਣ ਸਕੇਰਸਿਟੀ ਆਫ ਮਨੀ, ਬਿਜ਼ਨਸ ਨੂੰ ਕ੍ਰਾਈਸਿਸ ਐਂਡ ਡਿਊ ਟੂ ਇਨਫਲੇਸ਼ਨ, ਉਹ ਕੀ ਚਾਹ ਰਹੇ ਕਿ ਜਿਹੜੀ ਵੀ ਰਿਕਰੂਟਮੈਂਟ ਸਾਡੀ ਹੋਏ ਉਹਨੂੰ ਅਸੀਂ ਟ੍ਰੇਨ ਨਹੀਂ ਕਰਾਂਗੇ। ਇਹਦੀ ਬੜੀ ਸਿੰਪਲ ਜਿਹੀ ਐਗਜ਼ਾਮਪਲ ਹੈ, ਮੈਂ ਨਾਮ ਨਹੀਂ ਲਾਂਗਾ, ਕੋਈ ਨੈਟਵਰਕ ਕੰਪਨੀ ਆਈ ਸੀ ਪੰਜਾਬ ਵਿੱਚ, ਫੋਨ ਨੈਟਵਰਕ ਕੰਪਨੀ ਸੀ, ਉਹਨੇ ਕੀ ਕੀਤਾ, ਰਾਤੋਂ ਰਾਤ ਇੱਕ ਐਗਜ਼ਿਸਟਿੰਗ ਨੈਟਵਰਕ ਕੰਪਨੀ ਦੇ ਲੋਕਾਂ ਨੂੰ ਡਬਲ ਸੈਲਰੀ ਦੇ ਕੇ ਚੱਕ ਲਿਆ। ਤਾਂ ਜਦ ਮੇਰੇ ਨਾਲ ਉਹ ਕਿਸੇ ਸੀਨੀਅਰ ਦੀ ਗੱਲ ਹੋਈ, ਮੈਂ ਪੁੱਛਿਆ ਤੁਸੀਂ ਨਵੀਂ रिक्रूटमेंट क्यों नहीं की? कहता सर हम नई रिक्रूटमेंट करते, उनको सिखाते, वो सीखते, वो 3 महीने बाद बिजनेस देते हैं। अब हमने ये इनको उठाया डबल सैलरी पे, ये फर्स्ट डे से मेरे को बिजनेस दे रहे हैं। तो आज मार्केट टेंडेंसी वही बन चुकी है कि जॉब ਉਹਨੂੰ ਮਿਲੇਗੀ ਜੋ ਕਿਸੇ ਕੰਪਨੀ ਦੇ ਟਾਰਗੇਟ ਅਚੀਵ ਕਰੇਗਾ ਉਹ ਜਿਹਦੇ ਕੋਲ ਸਕਿੱਲਸ ਹੋਣਗੇ। ਹੁਣ ਕੱਲੀ ਕੁਆਲੀਫਿਕੇਸ਼ਨ ਦੇ ਬੇਸ ਤੇ ਬੱਚਿਆਂ ਦਾ ਸਰਵਾਈਵਲ ਨਹੀਂ ਹੈ। ਤਾਂ ਦੈਟ ਇਜ਼ ਦਾ ਰੀਜ਼ਨ ਕਿ ਬੱਚਾ ਅਗਰ ਡਿਸਟੈਂਸ ਐਜੂਕੇਸ਼ਨ ਵਿੱਚ ਜਾਂਦਾ ਤਾਂ ਡਿਸਟੈਂਸ ਐਜੂਕੇਸ਼ਨ ਵਿੱਚ ਬੱਚੇ ਦੀ ਕੁਆਲੀਫਿਕੇਸ਼ਨ ਵੀ ਕੰਪਲੀਟ ਹੋ ਰਹੀ ਹੈ, ਉਹਦੇ ਕੋਲ ਐਂਪਲ ਟਾਈਮ ਹੈ। ਜਿੱਥੇ ਸਪੋਜ਼ ਕਰੋ ਮੇਰੇ ਕੋਲ ਕੋਈ 6 ਮਹੀਨੇ ਦਾ ਕੋਰਸ ਬੱਚਾ ਕਰ ਰਿਹਾ, ਤਾਂ 6 ਮਹੀਨੇ ਬਾਅਦ ਉਹ 15 ਤੋਂ 20 ਹਜ਼ਾਰ ਕਮਾਉਣਾ ਸ਼ੁਰੂ ਕਰ ਲੈਂਦਾ, ਤਾਂ ਉਹ 2.5 ਸਾਲ ਵਿੱਚ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕਰ ਗਿਆ ਉੱਥੋਂ, ਉਹ 2.5 ਸਾਲ ਉਹਨੂੰ ਮਾਰਕੀਟ ਐਕਸਪੋਜ਼ਰ ਮਿਲ ਗਿਆ ਔਰ ਪੈਸਾ ਉਹਨੇ ਅਲੱਗ ਕਮਾ ਲਿਆ। ਤਾਂ ਡਿਸਟੈਂਸ ਦਾ ਇਹ ਐਡਵਾਂਟੇਜ ਮਿਲ ਗਿਆ ਉਹਨੂੰ। ਸਰ ਜੇ ਆਨਲਾਈਨ ਸਟੱਡੀ ਦੀ ਗੱਲ ਕਰੀਏ ਉਸ ਦਾ ਕੀ ਬੈਨੀਫਿਟ ਹੋ ਸਕਦਾ ਬੱਚਿਆਂ ਨੂੰ? ਦੇਖੋ ਬੇਸਿਕਲੀ ਕੈਟਾਗਰੀ ਹੋਈ ਹੈ, ਡਿਸਟੈਂਸ ਹੈ, ਰੈਗੂਲਰ ਹੈ, ਆਨਲਾਈਨ ਹੈ। ਹੁਣ ਡਿਸਟੈਂਸ ਔਰ ਆਨਲਾਈਨ ਦਾ ਜਿਹੜਾ ਡਿਫਰੈਂਸ ਉਹ ਹੀ ਹੈ ਕਿ ਡਿਸਟੈਂਸ ਦੇ ਵਿੱਚ ਜਿਹੜਾ ਡਿਲੀਵਰੀ ਮਾਡਲ ਹੈ ਉਹ ਲਿਮਟਿਡ ਹੈ, ਲੇਕਿਨ ਆਨਲਾਈਨ ਦੇ ਵਿੱਚ ਰਾਊਂਡ ਦਾ ਕਲੌਕ ਤੁਹਾਨੂੰ ਬਹੁਤ ਕੁਝ ਮਿਲਣਾ ਹੈ, ਵੈਬਿਨਾਰਸ ਮਿਲਣੇ, ਸਾਰਾ ਕੁਝ ਆਨਲਾइन ਹੋਣਾ। ਤਾਂ ਐਟ ਪਾਰ ਉਹ ਰੈਗੂਲਰ ਕੰਸੀਡਰੇਸ਼ਨ ਹੋਗੀ। ਬਟ ਆਨਲਾइन ਦੇ ਵਿੱਚ ਵੀ ਆਪਸ਼ਨ ਬੱਚੇ ਕੋਲ ਡਿਸਟੈਂਸ ਵਾਲੀ ਆਪਸ਼ਨ ਨਿਕਲ ਕੇ ਆ ਗਈ ਕਿ ਅਗਰ ਉਹ ਆਨਲਾइन ਡਿਗਰੀ ਆਪਟ ਕਰਦਾ ਹੈ ਤਾਂ ਉਹਦੇ ਕੋਲ ਫਿਰ ਟਾਈਮ ਬਚ ਗਿਆ ਕਿ ਉਹ ਸੋਚ ਸਕੇ ਕਿ ਮੈਂ ਟੈਕਨੀਕਲ ਗਰਾਊਂਡ ਤੇ ਆਪਣੀ ਕੀ ਪ੍ਰੈਜੈਂਟੇਸ਼ਨ ਦੇਖ ਰਿਹਾ। ਬਿਕੋਜ਼ ਇੱਕ BCA ਬੱਚਾ ਵੀ 3 ਸਾਲ ਬਾਅਦ ਉਹਨੂੰ ਪੁੱਛੋ ਹੂ ਆਰ ਯੂ, he'll say I'm a BCA, I've done BCA, I've done BSc IT, but the basic crux is कि what title they have. So after qualification they don't have titles. So that is most important कि either ਬੱਚਾ distance ਵਿੱਚ ਜਾ ਰਿਹਾ ਜਾਂ regular ਵਿੱਚ ਜਾ ਰਿਹਾ ਤਾਂ ਉਹਦੇ ਕੋਲ ਆਪਣਾ ਇੱਕ ਟਾਈਟਲ ਹੋਣਾ ਚਾਹੀਦਾ, ਚਾਹੇ ਉਹ ਬੋਲੇ ਮੈਂ ਗ੍ਰਾਫਿਕ ਡਿਜ਼ਾਈਨਰ ਹਾਂ, ਚਾਹੇ ਉਹ ਬੋਲੇ ਮੈਂ ਵੈਬ ਡਿਜ਼ਾਈਨਰ ਹਾਂ, ਚਾਹੇ ਉਹ ਬੋਲੇ ਮੈਂ ਡਿਜੀਟਲ ਪ੍ਰੋਫੈਸ਼ਨਲ ਹਾਂ, ਡਿਜੀਟਲ ਮਾਰਕੀਟਿੰਗ ਪ੍ਰੋਫੈਸ਼ਨਲ ਹਾਂ। ਸਰ ਹੁਣ ਤੁਸੀਂ ਲਾਈਕ ਇੱਕ ਬੱਚਿਆਂ ਨੂੰ ਇੱਕ ਲਾਈਕ ਕ੍ਰਕਸ ਜਾਂ ਇੱਕ ਮੈਸੇਜ ਬੱਚਿਆਂ ਨੂੰ ਕੀ ਦੇਣਾ ਚਾਹੋਗੇ ਕਿ ਹੁਣ ਉਹਨਾਂ ਨੂੰ ਲਾਈਕ ਕੀ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿ ਆਪਣੀ ਪਲੈਨਿੰਗ ਕਿਸ ਬੇਸਿਸ ਤੇ ਸਟਾਰਟ ਕਰ ਦੇਣੀ ਚਾਹੀਦੀ? ਦੇਖੋ ਬੇਸਿਕਲੀ ਮੈਂ 2 ਚੀਜ਼ਾਂ ਕਹਾਂਗਾ, that you have to focus on your passion
and if your passion will be in position to deliver you your bread butter, nothing like it. ਅੱਜ ਬੱਚਾ ਜਿੰਨਾ ਟਿਕਟੌਕ ਤੇ ਜਾਂ ਸਪੋਜ਼ ਕਰੋ ਸਟੋਰੀਜ਼ ਤੇ ਬੈਠਿਆ ਜਾਂ ਇੰਨਾ ਕੁਝ ਚੱਲ ਰਿਹਾ, ਤਾਂ ਉਹ ਸਿੰਗਿੰਗ ਦਾ ਪੈਸ਼ਨ ਵੀ ਰੱਖ ਰਹੇ ਆ, ਉਹ ਡਰਾਮਾ ਦਾ ਪੈਸ਼ਨ ਵੀ ਰੱਖ ਰਹੇ ਆ, ਉਹ ਵੀਡੀਓ ਐਡੀਟਿੰਗ ਦਾ ਵੀ ਰੱਖ ਰਹੇ ਆ, ਉਹ ਗ੍ਰਾਫਿਕ ਡਿਜ਼ਾਈਨਰ ਦਾ ਵੀ ਰੱਖ ਰਹੇ ਆ, ਡਿਜੀਟਲ ਮਾਰਕੀਟਿੰਗ ਸਮਝ ਆ ਰਹੀ ਹੈ। ਤਾਂ ਬੇਸਿਕਲੀ ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਉਹਨਾਂ ਨੇ ਆਪਣੀ ਇਨਕਮ ਕਿੰਨੀ ਜਲਦੀ ਸ਼ੁਰੂ ਕਰਨੀ ਹੈ। ਜੇ ਉਹ ਸੋਚ ਰਹੇ ਕਿ ਹਮ 3 ਸਾਲ ਬਾਅਦ ਦੇਖेंगे, ਉਹ ਰੈਗੂਲਰ ਹੀ ਚਲੇ ਜਾਣ, ਬਟ 3 ਸਾਲ ਬਾਅਦ ਮਾਰਕੀਟ ਵਿੱਚ ਇੰਨਾ ਜ਼ਿਆਦਾ ਕੰਪੀਟੀਸ਼ਨ ਹੋ ਜਾਏਗਾ ਕਿ ਉਹ ਫਿਰ ਕੰਸੀਡਰੇਸ਼ਨ ਉਹਨਾਂ ਦੀ ਫਰੈਸ਼ਰ ਹੈ। ਲੇਕਿਨ ਜਿਹੜਾ ਬੱਚਾ ਡਿਸਟੈਂਸ ਜਾਂ ਆਨਲਾਈਨ ਦੇ ਨਾਲ ਪੈਰਲਰ ਆਪਣੇ ਸਕਿੱਲਸ ਕੰਸੋਲੀਡੇਟ ਕਰਦਾ ਤਾਂ ਉਹਦੇ ਕੋਲ ਸਕਾਈ ਇਜ਼ ਦ ਲਿਮਿਟ। ਮਤਲਬ ਤੁਸੀਂ ਕਹਿੰਦੇ ਦਿਸ ਇਜ਼ ਹਾਈ ਟਾਈਮ ਉਹਨਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ। हाई टाइम इसलिए है क्योंकि कोविड ने बहुत चीज़ें चेंज करती हैं, वर्ल्ड वाइड रिसेशन है, वर्ल्ड वाइड इन्फ्लेशन है, तो उस चीज़ ਨੂੰ ਜਿੰਨਾ ਜਲਦੀ ਬੱਚੇ ਸਮਝ ਜਾਣਗੇ ਉਨਾ ਅੱਛਾ ਹੈ। देयर आर नो शॉर्टकट्स, बट द थिंग इज़ इफ़ यू हैव स्किल्स यू आर इन ए पोजीशन टू जनरेट योर ब्रेड बटर। मेरा हर इंटरव्यू ਵਿੱਚ ਮੈਂ ਇਹ ਗੱਲ ਕਹਾਂਗਾ ਕਿ ਬੱਚੇ ਨੂੰ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਣਾ ਹੈ, ਫਿਰ ਹੀ ਕੈਨ ਥਿੰਕ ਅਬਾਊਟ ਹਿਸ ਪੈਸ਼ਨਸ। अगर वो अर्निंग नहीं कर रहा इस टाइम पे और वो टोटली डिपेंडेंट है पेरेंट्स से, तो वो पेरेंट्स ਨੂੰ भी स्ट्रेस दे रहा और खुद भी स्ट्रेस ਵਿੱਚ ਆ ਰਿਹਾ। ਤਾਂ ਘੱਟੋ ਘੱਟ ਉਹ ਆਪਣਾ ਬ੍ਰੈਡ ਬਟਰ ਜਨਰੇਟ ਕਰੇ, ਆਪਣੀ ਪਾਕਟ ਮਨੀ ਕੱਢੇ, ਕੁਝ ਇਹੋ ਜਿਹੇ ਟੂਲਸ ਲਏ। ਮੇਰੇ ਕੋਲ ਬੱਚਾ ਆਏਗਾ, ਮੈਂ ਉਹਨੂੰ ਡਿਸਟੈਂਸ ਐਜੂਕੇਸ਼ਨ ਵਿੱਚ ਵੀ ਅਕਾਮੋਡੇਟ ਕਰਾਂਗਾ ਔਰ ਉਹਨੂੰ ਪੈਰਲਰ ਟੈਕਨੀਕਲ ਵਾਈਜ਼ ਵੀ ਉਹਦੀ ਇੱਕ ਆਇਡੈਂਟੀਟੀ ਬਣਾ ਕੇ ਉਹਨੂੰ ਅਸੀਂ ਮਾਰਕੀਟ ਵਿੱਚ ਭੇਜ ਦਾਂਗੇ, ਜਿੱਥੇ ਉਹਦਾ ਕੌਨਫੀਡੈਂਸ ਬਿਲਡ ਹੋਏਗਾ ਕਿ ਹਾਂ ਮੇਰੇ ਕੋਲ ਇਹ ਟਾਈਟਲ ਹੈ, ਮੇਰੇ ਕੋਲ ਇਹ ਜੌਬ ਓਪਰਚੁਨਿਟੀ ਹੈ, ਜਾਂ ਫਿਰ ਉਹ ਐਂਟਰਪ੍ਰੇਨਿਓਰ ਬਣ ਰਿਹਾ। ਹੁਣ ਉਹਦੇ 'ਚ ਕੀ ਹੈ ਕਿ ਉਹਦੇ ਕੋਲ ਇੱਕ ਆਈਡੀਆ, ਇੱਕ ਥਾਟ ਪ੍ਰੋਸੈਸ ਹੈਗਾ ਕਿ ਮੈਨੇ ਘਰ ਸੇ ਇਹ ਕੰਮ ਕਰਨਾ ਹੈ, ਤਾਂ ਉਹ ਡਿਜੀਟਲ ਮਾਰਕੀਟਿੰਗ ਕਰਕੇ ਉਹ ਇਹ ਸਾਰਾ ਕੰਮ ਆਪਣੇ ਘਰੋਂ ਵੀ ਆਪਰੇਟ ਕਰ ਸਕਦਾ ਐਂਡ ਹੀ ਕੈਨ ਬੀ ਅ ਫ੍ਰੀਲਾਂਸਰ ਐਜ਼ ਵੈਲ। ਤਾਂ ਓਪਰਚੁਨਿਟੀ ਬਹੁਤ ਵੱਡੀ ਹੈ, ਬਟ ਦ ਥਿੰਗ ਇਜ਼ ਕਿ ਸਕਿੱਲਸ ਕਿੱਥੋਂ ਲੈ ਰਿਹਾ ਹੈ ਔਰ ਉਹਨੂੰ ਕਿੰਨੀ ਸਮਝ ਆ ਰਹੀ ਹੈ ਔਰ ਉਹ ਕੀ ਡ੍ਰੀਮਸ ਲੈ ਰਿਹਾ। ਸਰ ਜੇ ਬੱਚਿਆਂ ਨੇ ਇੱਕ ਕਾਉਂਸਲਿੰਗ ਲਾਈਕ ਸੈਸ਼ਨ ਤੁਹਾਡੇ ਤੋਂ ਲੈਣਾ ਹੈ ਕਿ ਉਹ ਬੱਚੇ ਕਿੱਦਾਂ ਤੁਹਾਨੂੰ ਕੰਸਲਟ ਕਰ ਸਕਦੇ? ਦੇਖੋ ਮੇਰਾ ਨੰਬਰ ਤੁਸੀਂ ਸਕਰੀਨ ਤੇ ਚਲਾ ਹੀ ਦੇਣਾ, ਠੀਕ ਹੈ ਨਾ, ਤਾਂ ਮੈਂ ਰਿਪੀਟ ਵੀ ਕਰ ਦੇਣਾ 9988690713। ਮਨਪ੍ਰੀਤ ਬੇਦੀ ਮੇਰਾ ਨਾਮ ਹੈ, ਠੀਕ ਹੈ। आई एम DIT PGDIT एंड MBIT एंड ऑलमोस्ट 26 ਸਾਲ ਹੋ ਗਏ ਮੈਨੂੰ ਮਾਰਕੀਟ ਐਕਸਪੋਜ਼ਰ ਟੈਕਨੀਕਲ ਫੀਲਡ ਦੇ ਐਕਸਪੋਜ਼ਰ ਵਿੱਚ ਹਾਂ ਮੈਂ। ਹੁਣ ਜਿੱਥੇ ਤੱਕ ਕਾਉਂਸਲਿੰਗ ਕੰਸਰਨ ਕਰ ਰਹੀ ਹੈ ਉਹ ਮੈਨੂੰ WhatsApp ਜਾਂ ਕਾਲ ਤੇ ਬੁਕਿੰਗ ਫਿਕਸ ਕਰਕੇ ਆ ਸਕਦੇ। ਆਈ ਐਮ ਨਾਟ ਚਾਰਜਿੰਗ ਅ ਸਿੰਗਲ ਪੈਨੀ ਫॉर ਦਿਸ। ਮੈਂ 5 ਪੈਸੇ ਨਹੀਂ ਲੈ ਰਿਹਾ ਹੈਗਾ, ਬਟ ਦ ਥਿੰਗ ਇਜ਼ ਕਿ ਬੱਚੇ ਨੂੰ ਫੋਰਸ ਨਾ ਕਰੋ ਔਰ ਬੱਚਾ ਕਿੱਥੋਂ ਭੇਡ ਚਾਲ ਨੂੰ ਫੋਲੋ ਨਾ ਕਰ ਲੇ, ਜਿੱਥੇ ਉਹ 3 ਸਾਲ ਦੇ ਬਾਅਦ ਕਿਸੇ ਪ੍ਰੋਬਲਮ ਵਿੱਚ ਆ ਜਾਏ। ਹਮੇਸ਼ਾ ਡਿਸੀਜਨ ਮੇਕਿੰਗ ਜਿਹੜੀ ਹੈ ਆਫਟਰ +2 ਇਜ਼ ਦ ਰਾਈਟ ਟਾਈਮ। ਪ੍ਰੋਬਲਮ ਕੀ ਹੋ ਰਹੀ है कि ਜਿਹੜਾ ਬੱਚਾ ਮੇਰੇ ਕੋਲ ग्रेजुएशन तो बाद मास्टर्स लिए आ रहा है, वो कह रहा है सर आपने मेरे को +2 के बाद समझाया था कि तू डिस्टेंस में आ जा, सर मैंने 3 साल रेगुलर कर लिया लेकिन मेरे को कुछ मार्केट में तो दिख ही नहीं रहा। वो कहते तू फ्रेशर है। तो बेटर है कि +2 तो बाद बच्चा अपनी क्वालिफिकेशन एनहांस करे, दैट टू डिस्टेंस करे या ऑनलाइन करे, बट ਉਹਦੇ ਨਾਲ ਟੈਕਨੀਕਲ ਸਕਿੱਲਸ ਲੈ ਲੇ, ਕਿਉਂਕਿ ਮੈਕਸ ਟੂ ਮੈਕਸ 1 ਸਾਲ ਵਿੱਚ ਉਹ ਆਪਣੇ ਬ੍ਰੈਡ ਬਟਰ ਨੂੰ ਅਚੀਵ ਕਰ ਲੇਗਾ। ਤਾਂ ਇਹਦਾ ਮਤਲਬ ਲਾਸਟ ਜਿਹੜੇ 2 ਸਾਲ ਹੋਣਗੇ ਉਹਦੇ 'ਚ ਉਹਨੂੰ ਗ੍ਰੈਜੂਏਸ਼ਨ ਮਿਲ ਜਾਏਗੀ। ਆਫਟਰ 3 ਇਅਰਸ ਉਹ ਕਿਸੇ ਵੱਡੀ ਜੌਬ ਨੂੰ ਟਾਰਗੇਟ ਕਰਦਾ ਹੈ ਤਾਂ ਹੀ ਵਿਲ ਸੇ ਆਈ ਐਮ ਗ੍ਰੈਜੂਏਸ਼ਨ, ਮਾਈ ਕੁਆਲੀਫਿਕੇਸ਼ਨ ਇਜ਼ ਗ੍ਰੈਜੂਏਸ਼ਨ ਐਂਡ दैट इज़ माई qualification plus what my skill is, that is I'm a graphic designer, but that too I have a 2 years exposure of the market. So ਉਹ ਖੁਦ ਫਰੈਸ਼ਰ ਨਹੀਂ ਹੈ। ਹੁਣ ਇਹਦਾ ਕੰਪੈਰੀਜ਼ਨ ਰੈਗੂਲਰ ਨਾ ਕਰੋ। ਜਿਹੜਾ ਬੱਚਾ 3 ਸਾਲ ਰੈਗੂਲਰ ਕਰਕੇ ਆਇਆ ਹੈ ਉਹਨੂੰ ਸਵਾਲ ਹੋਏਗਾ, ਉਹ ਕਹੇਗਾ ਸਰ ਮੈਂ ਤਾਂ ਫਰੈਸ਼ਰ ਹੂੰ। ਤਾਂ ਬਟ ਆਬਵੀਅਸ ਹੈ ਜੌਬ ਕਿਹਨੂੰ ਮਿਲਣੀ ਹੈ? ਜਿਹਨੇ ਡਿਸਟੈਂਸ ਤੋਂ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਔਰ ਨਾਲ 2 ਸਾਲ ਉਹਨੂੰ ਮਾਰਕੀਟ ਐਕਸਪੋਜ਼ਰ ਮਿਲਿਆ ਔਰ ਪਹਿਲੇ 1 ਸਾਲ ਉਹਨੇ ਟੈਕਨੀਕਲ ਕੰਸੋਲੀਡੇਸ਼ਨ ਕੀਤੀ। ਬੱਚਿਆਂ ਦੇ ਮਨ 'ਚ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈ ਕਿ ਜੇ ਅਸੀਂ ਗ੍ਰੈਜੂਏਸ਼ਨ ਰੈਗੂਲਰ ਕਰੀਏ, ਕਿਉਂਕਿ ਮਾਸਟਰਸ ਡਿਸਟੈਂਸ ਤਾਂ ਅਸੀਂ ਪਹਿਲਾਂ ਵੀ ਸੁਣਿਆ, ਬਟ ਗ੍ਰੈਜੂਏਸ਼ਨ ਨੂੰ ਅਸੀਂ ਜਿਹੜਾ ਹੈ ਰੈਗੂਲਰ ਬੇਸਿਸ ਤੇ ਕਰੀਏ, ਪਰ ਇਹ ਚੀਜ਼ ਬੱਚੇ ਕਿਤੇ ਨਾ ਕਿਤੇ ਫਿਰ ਆਪਣੇ ਐਕਸਪੀਰੀਅੰਸ ਨੂੰ ਲੈਕ ਕਰ ਜਾਣਗੇ। ਦੇਖੋ ਹਰ ਚੀਜ਼ ਚੇਂਜ ਹੋ ਰਹੀ ਹੈ ਟਾਈਮ ਦੇ ਨਾਲ, ਸੋਚ ਅਪਰੋਚ ਹਰ ਚੀਜ਼ ਚੇਂਜ ਹੋ ਰਹੀ ਹੈ। ਲੇਕਿਨ ਮੇਰਾ ਕੰਸਰਨ ਕਿੱਥੇ ਆ ਕੇ ਖਤਮ ਹੁੰਦਾ? ਮੇਰਾ ਕੰਸਰਨ ਇਹ ਹੁੰਦਾ ਕਿ ਅੱਜ ਮਾਰਕੀਟ ਟਫ ਹੈ, ਅੱਜ ਅਰਨਿੰਗਸ ਤੁਹਾਡੇ ਪੇਰੈਂਟਸ ਦੀਆਂ ਵੀ ਉਨੀਆਂ ਨਹੀਂ ਰਹਿ ਗਈਆਂ ਕਿ ਤੁਹਾਡੀ ਸਟੱਡੀਜ਼ ਨੂੰ ਸਪੋਰਟ ਕਰ ਪਾਉਣ। ਤਾਂ ਡਿਸਟੈਂਸ ਐਜੂਕੇਸ਼ਨ ਬੜਾ ਇਕਨੋਮਿਕਲ ਕਾਈਂਡ ਆਫ ਪੈਕੇਜ ਹੈ ਜਿਹੜਾ ਬੱਚੇ ਨੂੰ ਆਪਣੀ ਕੁਆਲੀਫਿਕੇਸ਼ਨ ਐਨਹਾਂਸ ਕਰਨ ਦੀ ਐਂਟਾਈਟਲਮੈਂਟ ਦੇ ਰਿਹਾ, ਬਟ ਉਸ ਤੋਂ ਜ਼ਿਆਦਾ ਕੀ ਹੈ ਕਿ ਤੁਹਾਨੂੰ 3 ਸਾਲ ਦੇ ਰਿਹਾ ਹੈ। ਉਹ 3 ਸਾਲ ਕੀ ਹੈ ਕਿ ਤੁਸੀਂ ਆਪਣਾ ਪੈਸ਼ਨ ਫੋਲੋ ਕਰ ਸਕਦੇ ਹੋ,
ਤੁਸੀਂ ਉਸ ਪੈਸ਼ਨ ਨੂੰ ਅਗਰ ਡੈਡੀਕੇਟਿਡ ਹੋ ਜਾਂਦੇ ਹੋ ਉਹਦੇ ਨਾਲ, ਕੋਈ ਰੈਪਰ ਹੀ ਹੈ ਸਪੋਜ਼ ਕਰੋ, ਤਾਂ ਰੈਪਰਸ ਆਰ ਮਿੰਟਿੰਗ ਮਨੀ ਲਾਈਕ ਐਨੀਥਿੰਗ। ਕੋਈ ਸਿੰਗਰ ਹੈ ਉਹ ਬਹੁਤ ਪੈਸਾ ਕਮਾ ਰਿਹਾ। ਤਾਂ ਜੇ ਟੈਕਨੀਕਲ ਸਕਿੱਲ ਹੈ, ਤੁਸੀਂ ਗ੍ਰਾਫਿਕਸ ਵਿੱਚ ਹੋ, ਵੈਬ ਵਿੱਚ ਹੋ, ਡਿਜੀਟਲ ਹੋ, ਵੀਡੀਓ ਐਡੀਟਿੰਗ ਹੋ, ਸਾਊਂਡ ਐਡੀਟਿੰਗ ਹੋ, ਤਾਂ ਯੂ ਕੈਨ ਮੇਕ ਮਨੀ ਇਨ ਦਿਸ ਆਲਸੋ। ਬਟ ਸਰ ਕਿਸੇ ਵੀ ਬੱਚੇ ਦਾ ਕੋਈ ਵੀ ਬੈਕਗ੍ਰਾਉਂਡ ਹੋਵੇ ਉਹ ਤਾਂ ਵੀ ਇਸ ਫੀਲਡ ਵਿੱਚ ਆਪਣੇ ਆਪ ਨੂੰ ਇਨਰੋਲ ਕਰ ਸਕਦਾ ਹੈ। ਦੇਖੋ ਆਈਟੀ ਫੀਲਡ ਇੱਕ ਇਹੋ ਜਿਹੀ ਫੀਲਡ ਹੈ ਜਿੱਥੇ ਤੁਸੀਂ ਜੇ ਮੋਬਾਈਲ ਯੂਜ਼ ਕਰ ਰਹੇ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਤਾਂ ਅੱਜ ਕੋਈ ਬੱਚਾ ਇਹੋ ਜਿਹਾ ਨਹੀਂ ਜੋ ਸਮਾਰਟਫੋਨ ਯੂਜ਼ ਨਹੀਂ ਕਰ ਪਾ ਰਿਹਾ ਜਾਂ ਉਹਨੂੰ ਪ੍ਰੋਬਲਮ ਹੈ। ਸਮਝ ਆ ਰਹੀ ਹੈ? ਤਾਂ ਆਟੋਮੇਸ਼ਨ ਜਿਹੜੀ ਹੈ ਉਹ ਹਰ ਜਗ੍ਹਾ ਬੱਚੇ ਨੂੰ ਮਿਲ ਰਹੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਜਗ੍ਹਾ ਦਿਖ ਰਹੀ ਹੈ ਸਾਨੂੰ। ਲੇਕਿਨ ਜਦ ਅਸੀਂ ਟੂਲਸ ਯੂਜ਼ ਕਰਦੇ ਹਾਂ ਤਾਂ ਟੂਲਸ ਹੀ ਇੰਨੇ ਫਰੈਂਡਲੀ ਹੈਗੇ ਵੀ ਜੋ ਤੁਹਾਨੂੰ ਬੋਦਰੇਸ਼ਨ ਕ੍ਰੀਏਟ ਨਹੀਂ ਕਰਦੇ। ਅੱਜ ਜਿਹੜਾ ਕਨਸੈਪਟ ਗ੍ਰਾਫਿਕਲ ਯੂਜ਼ਰ ਇੰਟਰਚੇਂਜ ਦਾ ਆਇਆ ਹੈ ਜਾਂ ਡਰੈਗ ਐਂਡ ਡ੍ਰੌਪ ਦਾ ਕਨਸੈਪਟ ਜਿਹੜਾ ਚੱਲ ਰਿਹਾ, ਉਹਨੇ ਉਹ ਕੋਡਿੰਗ ਵਾਲਾ ਫੰਡਾ ਹੀ ਖਤਮ ਕਰ ਦਿੱਤਾ। ਹੁਣ क्लाइंट ਤੁਹਾਨੂੰ ਕੀ कह रहा है कि आप मेरे को वेबसाइट बना के दो, आप किस में बना रहे हो मेरे को उससे मतलब नहीं है, वो मेरे बजट में आनी चाहिए। आर यू गेटिंग मी? ਤਾਂ ਉਹ ਬੱਚਾ ਅਗਰ ਉਹਦੇ ਕੋਲ ਟੈਕਨੀਕਲ ਸਕਿੱਲਸ ਹੈਗੀਆਂ ਤਾਂ ਉਹਦੇ ਕੋਲ ਆਪਸ਼ਨ ਵੀ ਹੈ ਕਿ ਉਹ 1 ਸਟਾਰ 2 ਸਟਾਰ 3 ਸਟਾਰ 4 ਸਟਾਰ 5 ਸਟਾਰ ਆਪਣੇ ਕਲਾਇੰਟਸ ਦੀ ਕੈਟਾਗਰੀ ਬਣਾ ਕੇ ਉਸ ਤਰ੍ਹਾਂ ਹੀ ਉਹਨਾਂ ਨੂੰ ਡਿਲੀਵਰ ਕਰ ਸਕਦੇ। ਆਪਣੀ ਸਟੱਡੀ ਦੇ ਨਾਲ ਨਾਲ ਬੱਚੇ ਐਜ਼ ਫ੍ਰੀਲੈਂਸਿੰਗ ਵੀ ਕਰ ਸਕਦੇ ਨੇ, ਆਪਣੀ ਸਟੱਡੀ ਦਾ ਖਰਚਾ ਆਪ ਚੱਕ ਸਕਦੇ, ਆਪਣੇ ਪੇਰੈਂਟਸ ਨੂੰ ਸਪੋਰਟ ਕਰ ਸਕਦੇ। ਦੇਖੋ ਬੇਸਿਕਲੀ ਮੈਂ ਫਿਰ ਕਹਿ ਰਿਹਾ ਡਿਸਟੈਂਸ ਐਜੂਕੇਸ਼ਨ ਦੇ ਨਾਲ ਜੇ ਕੋਈ ਬੱਚਾ ਟੈਕਨੀਕਲ ਆਪਣੇ ਆਪ ਨੂੰ ਅਪਗ੍ਰੇਡ ਕਰਦਾ ਹੈ ਤਾਂ 1 ਸਾਲ ਤੋਂ ਬਾਅਦ ਜਿਹੜਾ ਦੂਜਾ ਸਾਲ ਉਹਦਾ ਸ਼ੁਰੂ ਹੋਏਗਾ ਸਟੱਡੀ ਦਾ, ਉਹ ਆਪਣਾ ਖਰਚਾ ਆਪ ਕੱਢੇਗਾ। ਇਹ ਬਹੁਤ ਵੱਡੀ ਚੀਜ਼ ਹੈ। ਸਰ ਇੱਕ ਮੈਸੇਜ ਤੁਸੀਂ ਹੁਣ ਮਤਲਬ ਬੱਚਿਆਂ ਨੂੰ ਕੀ ਦੇਣਾ ਚਾਹੋਗੇ ਕਿ ਹੁਣ ਲਾਈਕ ਦਿਸ ਇਜ਼ ਦਾ ਹਾਈ ਟਾਈਮ ਕਿ ਅਸੀਂ ਬਾਰ-ਬਾਰ ਇਸ ਚੀਜ਼ ਤੇ ਫੋਕਸ ਕਰ ਰਹੇ ਹਾਂ ਕਿ ਦਿਸ ਇਜ਼ ਦਾ ਹਾਈ ਟਾਈਮ ਕਿ ਉਹਨਾਂ ਦੇ 12th ਉਹਨਾਂ ਦੀ ਕੰਪਲੀਟ ਹੋ ਗਈ ਹੈ, ਉਸ ਤੋਂ ਬਾਅਦ ਹੁਣ ਬੱਚਿਆਂ ਨੂੰ ਤੁਸੀਂ ਇੱਕ ਮੈਸੇਜ ਕੀ ਦੇਣਾ ਚਾਹੋਗੇ ਕਿ ਬੱਚੇ ਕੀ ਕਰਨ? ਦੇਖੋ ਮੇਰਾ ਮੈਸੇਜ ਬੜਾ ਕਲੀਅਰ ਹੈ ਕਿ ਇਹ 3 ਸਾਲ ਤੁਹਾਡੀ ਜ਼ਿੰਦਗੀ ਦੇ ਹਨ ਜਿਹੜੇ ਆਫਟਰ +2 ਹੈ। ਜਾਂ ਤਾਂ ਤੁਸੀਂ ਖੁਦ ਨੂੰ ਬਣਾ ਲੋਗੇ ਜਾਂ ਖੁਦ ਨੂੰ 3 ਸਾਲ ਬਾਅਦ ਪ੍ਰੋਬਲਮ ਵਿੱਚ ਪਾਓਗੇ। ਕਿਉਂਕਿ ਅੱਜ ਮਾਰਕੀਟ ਬਾਰ-ਬਾਰ ਰਿਪੀਟ ਕਰ ਰਹੇ ਹਾਂ ਟੈਕਨੀਕਲ ਦੀ ਡਿਮਾਂਡ ਹੈ, ਵਰਲਡ ਵਾਈਡ ਡਿਮਾਂਡ ਹੈ। ਜੇ ਤੁਸੀਂ ਆਪਣੇ ਆਪ ਨੂੰ ਟੈਕਨੀਕਲ ਕੰਸੋਲੀਡੇਟ ਕਰ ਲੈਂਦੇ ਹੋ, ਅੱਛਾ ਇਹ ਵੀ ਨਹੀਂ ਹੈ ਕਿ ਸਪੋਜ਼ ਕਰੋ 3 ਸਾਲ ਬੱਚੇ ਨੇ ਡਿਸਟੈਂਸ ਕੀਤੀ ਤਾਂ ਉਹ ਮਾਸਟਰਸ ਰੈਗੂਲਰ ਨਹੀਂ ਕਰ ਸਕਦਾ। ਤਾਂ ਬੱਚਾ 3 ਸਾਲ ਡਿਸਟੈਂਸ ਕਰ ਲੇ ਔਰ ਆਪਣੀ ਟੈਕਨੀਕਲ ਨੋ ਹਾउ कर ले और ਉਹਨੂੰ ਲੱਗਦਾ ਨਹੀਂ ਮੇਰੇ ਕੋ ਮਾਸਟਰਸ ਰੈਗੂਲਰ ਕਰਨੀ ਹੈ ਤਾਂ ਆਪ ਰੈਗੂਲਰ ਕਰ ਲਓ। ਲੇਕਿਨ ਘੱਟੋ ਘੱਟ ਇਹ ਜਿਹੜਾ ਕਿਉਂਕਿ ਇਹ ਜਿਹੜਾ ਟਾਈਮ ਹੈ ਉਹਦਾ ਬੱਚੇ ਦਾ ਬ੍ਰੇਨ ਫਲੋ ਬਹੁਤ ਅੱਛਾ ਹੈ। ਦਿਸ ਇਜ਼ ਦਾ ਰਾਈਟ ਟਾਈਮ ਟੂ ਅਚੀਵ ਸਮਥਿੰਗ। ਸੋ ਥੀਸ 3 ਇਅਰਸ ਆਰ ਮੋਸਟ ਇੰਪੋਰਟੈਂਟ। ਬੱਚਾ ਆਪਣੇ ਆਪ ਨੂੰ ਡਿਸਟੈਂਸ ਵਿੱਚ ਪਾ ਦੇ, ਆਪਣੀ ਕੁਆਲੀਫਿਕੇਸ਼ਨ ਉੱਥੋਂ ਚੱਲਣ ਦੇ ਨਾਲ 3 ਸਾਲ ਆਪਣੇ ਉੱਪਰ ਕੰਮ ਕਰੇ, ਟੈਕਨੀਕਲ ਕੁਆਲੀਫਿਕੇਸ਼ਨ ਕਰੇ, ਐਕਸਪੀਰੀਅੰਸ ਕੰਸੋਲੀਡੇਟ ਕਰੇ, ਫਿਰ ਗ੍ਰੈਜੂਏਸ਼ਨ ਦੇ ਬੇਸ ਤੇ ਜੌਬ ਓਪਰਚੁਨਿਟੀ ਲਈ ਜਾਏ। ਬਟ ਉੱਥੇ ਹੋਣਾ ਕੀ ਹੈ कि ਉਹਦੀ क्वालिफिकेशन फिर एक क्राइटेरिया होएगा कि हमें ग्रेजुएट बंदा चाहिए लेकिन चाहिए ग्राफिक डिज़ाइनर। तो अगर आप जॉब क्राइटेरिया भी देखो, जिसको भी जॉब चाहिए वो क्या बोलेगा कि मेरे को डिजिटल मार्केटिंग प्रोफेशनल चाहिए, मेरे को क्वालिफिकेशन से मतलब ही नहीं है। आर यू गेटिंग मी? ਤਾਂ ਬੇਸਿਕਲੀ ਜਿਹੜੀ ਕੁਆਲੀਫਿਕੇਸ਼ਨ ਤੁਸੀਂ ਕਰ ਰਹੇ ਹੋ ਮਿਨੀਮਮ ਪ੍ਰੀ ਰਿਕੁਇਜ਼ਿਟ ਕੀ ਹੈ ਦੈਟ ਯੂ ਹੈਵ ਟੂ ਬੀ ਅ ਗ੍ਰੈਜੂਏਟ। ਤਾਂ ਉੱਥੇ ਅੱਜ ਦੇ ਟਾਈਮ 'ਤੇ ਤੁਹਾਡੀ ਕੁਆਲੀਫਿਕੇਸ਼ਨ ਥੱਲੇ ਜਾ ਚੁੱਕੀ ਹੈ, ਤੁਹਾਡੇ ਜਿਹੜੇ ਟਾਈਟਲਸ ਹੈ ਉਹ ਕਿੱਥੇ ਬਹੁਤ ਉੱਪਰ ਆ ਗਏ। ਬੱਚਿਆਂ ਨੂੰ ਹੁਣ ਜਿਵੇਂ ਇੱਕ ਚੀਜ਼ ਹੁੰਦੀ ਕਿ ਅਸੀਂ ਆਪਣੀ 12th ਤੱਕ ਕਰ ਲਈ, ਅਸੀਂ ਆਪਣੀ ਕਾਲਜ ਲਾਈਫ ਇੱਕ ਜਿਹੜੀ ਉਹ ਰੈਗੂਲਰ ਕਰਕੇ ਕਾਲਜ ਲਾਈਫ ਇੰਜੋਏ ਕਰਨਾ ਚਾਹੁੰਦੇ ਹਾਂ, ਤਾਂ ਬੱਚੇ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਲੈਕ ਕਰ ਜਾਂਦੇ ਨੇ ਕਿ ਕੋਈ ਨਹੀਂ 3 ਸਾਲਾਂ ਬਾਅਦ ਦੇਖਾਂਗੇ ਜਾਂ ਜੋ ਵੀ ਹੈ। ਬਟ ਉੱਥੇ ਬੱਚੇ ਜਿਹੜੇ ਨੇ ਇਸ ਟਾਈਮ 'ਤੇ ਆ ਕੇ ਕੋਵਿਡ ਤੋਂ ਬਾਅਦ ਜਿਹੜਾ ਹੈ ਇਹ ਚੀਜ਼ ਦੀ ਗਲਤੀ ਕਰ ਰਹੇ ਹੈ ਕਿ ਅਸੀਂ ਆਪਣੀ ਇੰਜੋਇਮੈਂਟ ਵੱਲ ਨਾ ਜਾਈਏ, ਅਸੀਂ ਆਪਣੇ ਜਿਹੜਾ ਹੈ ਕਰੀਅਰ ਵੱਲ ਧਿਆਨ ਦੇਈਏ। ਦੇਖੋ ਬੇਸਿਕਲੀ ਇਹ ਜਿਹੜੇ 3 ਸਾਲ ਹੈ ਉਹ ਉਹਨਾਂ ਦੇ ਆਉਣ ਵਾਲੇ 50 ਸਾਲ ਜਿਹੜੇ ਪ੍ਰੋਫੈਸ਼ਨਲ ਹੋਣਗੇ ਉਹਦੀ ਬੁਨਿਆਦ ਰੱਖਣਗੇ। ਜਿਹੜੇ 50 ਇਅਰਸ ਉਹਨਾਂ ਦੇ ਕਰੀਅਰ ਦੇ ਹੈਗੇ ਪ੍ਰੋਫੈਸ਼ਨਲ ਦੇ। ਹੁਣ ਇਫ ਦੇ ਆਰ ਫਨ ਸੀਕਰ ਤਾਂ they'll get the fun in 3 years but they'll be in a problem after completion of their graduation because whenever they are going to expose themselves or going to get an opportunity in the market, what they're going to say, sir I am graduate, okay I don't need you, you are a fresher। ਤਾਂ ਉਹਨਾਂ ਨੂੰ ਉਦੋਂ ਰਿਅਲਾਈਜ਼ ਹੋਣਾ ਕਿ 3 ਸਾਲ ਅਸੀਂ ਮਸਤੀ ਬਹੁਤ ਕੀਤੀ ਹੈ, ਲੇਕਿਨ 3 ਸਾਲ ਦੇ ਬਾਅਦ ਜਦ ਮੈਂ ਆਪਣੇ ਆਪ ਨੂੰ ਮਾਰਕੀਟ 'ਚ ਲਾਂਚ ਕਰ ਰਿਹਾ, ਮੈਂ ਹੁਣ ਜਦ ਮੈਂ ਐਕਸਪੋਜ਼ ਕਰਨ ਦੀ ਗੱਲ ਕਰਦਾ ਤਾਂ ਐਕਸਪੋਜ਼ ਦਾ ਮਤਲਬ ਤੁਹਾਡਾ ਐਕਸਪੋਜ਼ਰ ਕੀ ਹੈ, ਤੁਹਾਡਾ ਥਾਟ ਪ੍ਰੋਸੈਸ ਕੀ ਹੈ, ਤੁਹਾਡੀ ਲਰਨਿੰਗ ਕੀ ਹੈ, ਤੁਹਾਡੀ ਟੈਕਨੀਕਲ ਨੋ ਹਾਊਸ ਕੀ ਹੈ, ਤਾਂ ਉਹ ਤੁਹਾਡੀ ਪ੍ਰੈਜੈਂਟੇਸ਼ਨ ਵਿੱਚ ਰਿਫਲੈਕਟ ਹੋਣਾ ਚਾਹੀਦਾ। ਤਾਂ ਇਹ 3 ਸਾਲ ਜਾਂ ਫਨ ਕਰ ਲਓ, ਅਗਲੇ 50 ਸਾਲ ਪ੍ਰੋਬਲਮ ਕਰ ਲਓ, ਇਹ 3 ਸਾਲ ਇਨਵੈਸਟ ਕਰ ਲਓ, ਅਗਲੇ 50 ਸਾਲ ਫਨ ਕਰ ਲਓ, ਚੋਇਸ ਤੁਹਾਡੀ ਹੈ। ਤਾਂ
ਜਿਵੇਂ ਕਿ ਤੁਹਾਨੂੰ ਸਰ ਨੇ ਸਾਰਾ ਕੁਝ ਐਕਸਪਲੇਨ ਕੀਤਾ ਕਿ ਦਿਸ ਇਜ਼ ਦਾ ਹਾਈ ਟਾਈਮ, ਅਸੀਂ ਬਾਰ-ਬਾਰ ਇਸ ਚੀਜ਼ ਤੇ ਫੋਕਸ ਕਰ ਰਹੇ ਹਾਂ ਕਿਉਂਕਿ ਕੋਵਿਡ ਤੋਂ ਬਾਅਦ ਕਾਫੀ ਚੇਂਜਸ ਸਾਨੂੰ ਦੇਖਣ ਨੂੰ ਮਿਲੇ ਨੇ, ਮਾਰਕੀਟ ਵਿੱਚ ਕਾਫੀ ਚੇਂਜਸ ਆਏ ਨੇ ਕਿ ਹੁਣ ਜਿਹੜੀ ਹੈ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਇੰਨਾ ਮੈਟਰ ਨਹੀਂ ਕਰਦੀ, ਬਟ ਤੁਹਾਡੇ ਸਕਿੱਲਸ, ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਉਹ ਮੈਟਰ ਕਰਦਾ ਹੈ ਕਿ ਤੁਸੀਂ ਭਾਵੇਂ ਗ੍ਰੈਜੂਏਟ ਹੋਵੋ ਜਾਂ ਬੱਚੇ ਸੋਚਦੇ ਅਸੀਂ ਗ੍ਰੈਜੂਏਸ਼ਨ ਕਰਕੇ ਮਾਸਟਰਸ ਕਰਕੇ ਅਸੀਂ ਮਾਰਕੀਟ ਵਿੱਚ ਜਾਵਾਂਗੇ ਤਾਂ ਸਾਨੂੰ ਇੱਕ ਅੱਛੇ ਲੈਵਲ ਦੀ ਜੌਬ ਮਿਲੇਗੀ, ਬਟ ਤੁਹਾਡੇ ਜਦ ਤੱਕ ਸਕਿੱਲਸ ਨਹੀਂ ਹੋਣਗੇ, ਐਕਸਪੀਰੀਅੰਸ ਨਹੀਂ ਹੋਏਗਾ, ਤਾਂ ਤੱਕ ਤੁਹਾਨੂੰ ਜਿਹੜਾ ਫਰੈਸ਼ਰ ਹੀ ਕੰਸੀਡਰ ਕੀਤਾ ਜਾਏਗਾ। ਸੋ ਦਿਸ ਇਜ਼ ਦਾ ਹਾਈ ਟਾਈਮ, ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਆਪਣੇ ਆਪ ਨੂੰ ਕਿਤੇ ਵੀ ਇਨਰੋਲ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਕੰਸਲਟੇਸ਼ਨ ਜਾਂ ਕਾਉਂਸਲਿੰਗ ਜਿਹੜਾ ਹੈ ਉਹ ਜ਼ਰੂਰ ਕਰਾਉਣੀ ਚਾਹੀਦੀ ਹੈ। ਤੇ ਜੇ ਤੁਸੀਂ ਸਰ ਤੋਂ ਕਾਉਂਸਲਿੰਗ ਕਰਾਉਣਾ ਚਾਹੁੰਦੇ ਹੋ, ਸਰ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੈ, ਤੁਸੀਂ ਕਦੇ ਵੀ ਆ ਕੇ ਇਹਨਾਂ ਨੂੰ BRS ਨਗਰ ਜਿਹੜਾ ਹੈ ਸਰਾਭਾ ਨਗਰ ਥਾਣੇ ਦੇ ਸਾਹਮਣੇ ਦਾ ਆਫਿਸ ਹੈ, ਤੁਸੀਂ ਆ ਕੇ ਇੱਥੇ ਗੱਲ ਕਰ ਸਕਦੇ ਹੋ, ਸਰ ਨਾਲ ਕੰਸਲਟ ਕਰ ਸਕਦੇ ਹੋ, ਐਂਡ ਦੈਟ ਇਜ਼ ਟੋਟਲੀ ਫ੍ਰੀ ਆਫ ਕਾਸਟ। ਤੇ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ, ਸੇਮ ਹੀਅਰ ਮੈਮ, ਥੈਂਕ ਯੂ ਮਚ। ਤਾਂ ਹੋਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ੁਭਪ੍ਰੀਤ ਕੌਰ, ਲੁਧਿਆਣਾ ਟਾਈਮਸ।